ऐसी कृपा मोहे करो, ऐसी कृपा मोहे करो। संत चरण हमारो माथा, नैन दरस तन तूर परो। ऐसी कृपा मोहे करो, ऐसी कृपा मोहे करो। गुर को शब्द मेरे हियरै बासै, हर नामा मन संग तरो। तस कर पंच निवारो ठाकुर, सगलो परमाहुम जरो। ऐसी कृपा मोहे करो, ऐसी कृपा मोहे करो। जो तुम करो सोई पल मानै, पावन दुविधा दूर टरो। नानक के प्रभु तुम ही दाते, संत संग ले मोहे उदरो। ऐसी कृपा मोहे करो, ऐसी कृपा मोहे करो। संत चरण हमारो माथा, नैन दरस तन तूर परो। नैन दरस तन तूर परो। ऐसी कृपा मोहे करो, ऐसी कृपा मोहे करो। ऐसी कृपा मोहे करो। सतनाम वाहिगुरु, सतनाम वाहिगुरु, सतनाम वाहिगुरु, सतनाम वाहिगुरु। वाहिगुरु 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 वाहिगुरु। सतनाम वाहिगुरु, सतनाम वाहिगुरु। वाहिगुरु 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 वाहिगुरु। सतनाम वाहिगुरु, सतनाम वाहिगुरु, सतनाम वाहिगुरु, सतनाम वाहिगुरु। शिव शक्त आप उपाय कै करता आपे हुक्म वरताए। हुक्म वरताए आप वेखै गुरमुख किसै बुझाए। ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਏਕਸ ਸਿਉ ਲਿਵ ਲਾਏ। ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨ ਜਾਣੀ। ਤਤੈ ਸਾਰ ਨ ਜਾਣੀ ਗੁਰੂ ਵਾਝੋਂ, ਤਤੈ ਸਾਰ ਨ ਜਾਣੀ। ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੈ ਨਾਨਕ ਸੋ ਤਤ ਪਾਏ, ਜਿਸਨੋ ਅਨਦਿਨ ਹਰ ਲਿਵ ਲਾਗੈ, ਜਾਗਤ ਰਹਿਣ ਬਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨੋ ਵਿਸਾਰੀਐ। ਮਨੋ ਕਿਉ ਵਿਸਾਰੀਐ ਏਵੜ ਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ।
ਉਸਨੂੰ ਕਿਉ ਪੋ ਨ ਸਕੀ, ਜਿਸਨੂੰ ਆਪਣੀ ਲਿਵ ਲਾਵੇ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੈ ਨਾਨਕ ਏਵੜ ਦਾਤਾ, ਸੋ ਕਿਉ ਮਨੋ ਵਿਸਾਰੀਐ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੈ ਨਾਨਕ ਏਵੜ ਦਾਤਾ, ਸੋ ਕਿਉ ਮਨੋ ਵਿਸਾਰੀਐ। ਸਤਿਗੁਰਾਂ ਦੇ ਪਾਵਨ ਚਰਨਾਂ ਦੀ ਸਜੀ ਹੋਈ ਸਵਾਰੀ ਹੋਈ ਸਾਰੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰਦੇ ਗੁਰਮੁਖ ਪਤਵੰਤੇ ਸਤਵੰਤੇ ਸੱਜਣੋ, ਆਪਣੀ ਹਕੀਰ ਬੁੱਧੀ ਦੁਆਰਾ ਆਪ ਜੀ ਦੇ ਚਰਨਾਂ ਵਿੱਚ ਆਨੰਦ ਸਾਹਿਬ ਜੀ ਦੀ ਅਗਲੀ ਵਿਚਾਰ ਹਾਜ਼ਰ ਹੈ। ਸਾਰੀ ਸੰਗਤ ਨੂੰ ਦੁਬਾਰਾ ਫੇਰ ਤੋਂ ਪ੍ਰਣਾਮ। ਝੁਕ ਝੁਕ ਕੇ ਪ੍ਰਣਾਮ, ਦੰਡਵਤ ਪ੍ਰਣਾਮ, ਕਿਉਂਕਿ ਸਾਰੀ ਬਰਕਤ ਸਾਧ ਸੰਗਤ ਤੋਂ ਹੀ ਆ ਰਹੀ ਹੈ। ਸਾਧ ਸੰਗਤ ਜੀ, ਉਹ ਪੰਚਮ ਆਪਣਾ ਤੀਜੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਨੰਦ ਸਾਹਿਬ ਬਾਣੀ ਦੇ ਰਾਹੀਂ ਸਾਨੂੰ ਇਹ ਬਾਤ ਸਮਝਾ ਰਹੇ ਹਨ ਵੀ ਸ਼ਿਵ ਸ਼ਕਤ ਆਪ ਉਪਾਏ ਕਹਿ, ਕਰਤਾ ਆਪੇ ਹੁਕਮ ਵਰਤਾਏ। ਸ਼ਿਵ ਵੈਸੇ ਤਾਂ ਪਰਮਾਤਮਾ ਨੂੰ ਵੀ ਕਿਹਾ ਜਾਂਦਾ, ਸ਼ਿਵ ਇੱਕ ਦੇਵਤਾ ਵੀ ਹੈ, ਪਰ ਸਾਧ ਸੰਗਤ ਜੀ, ਇੱਥੇ ਦਾ ਭਾਵ ਹੈ ਸ਼ਿਵ ਜਿਹੜੀ ਆਤਮਿਕ ਸੱਤਾ ਹੈ, ਜਿਹੜੀ ਚੇਤਨ ਸੱਤਾ ਹੈ, ਚੇਤਨਤਾ ਜਿਹਨੂੰ ਕਹਿੰਦੇ ਆ। ਕਿਉਂਕਿ ਇੱਕ ਸਰੀਰ ਹੈ, ਸਰੀਰ ਚੇਤਨਤਾ ਨਾਲ ਚੱਲ ਰਿਹਾ ਹੈ। ਜਿੱਦਣ ਚੇਤਨਤਾ ਨਿਕਲ ਗਈ, ਸਰੀਰ ਮਿੱਟੀ ਹੋ ਜਾਂਦਾ। ਉਹ ਸ਼ਿਵ ਦੀ ਬਾਤ ਹੈ। ਸ਼ਕਤੀ ਹੁੰਦੀ ਹੈ ਮਾਇਆ। ਮਾਇਆ ਔਰ ਚੇਤਨਤਾ ਆਪੇ ਉਹਨੇ ਬਣਾਈਆਂ, ਆਪੇ ਹੁਕਮ ਉਹਦਾ ਚੱਲ ਰਿਹਾ। ਜਿੱਦਣ ਹੁਕਮ ਆਉਂਦਾ ਹੈ, ਚੇਤਨ ਸੱਤਾ ਸਰੀਰ ਛੱਡ ਕੇ ਚਲੇ ਜਾਂਦੀ ਹੈ। ਬੇਸ਼ੱਕ ਸਰੀਰ ਰੂਪੀ ਜਿਹੜੀ ਸਾਡੀ ਇਸਤਰੀ ਹੈ, ਕਿੰਨੇ ਹੀ ਹਾੜੇ ਕੱਢੀ ਜਾਵੇ ਵੀ ਮੈਨੂੰ ਛੱਡ ਕੇ ਨਾ ਜਾ, ਛੱਡ ਕੇ ਨਾ ਜਾ ਮੈਨੂੰ, ਪਰ ਉਹ ਕਹਿੰਦਾ ਜਿਹੜਾ ਚੇਤਨ ਸੱਤਾ ਆਤਮਾ ਹੈ ਵੀ ਮੈਂ ਤਾਂ ਹੁਕਮ ਹੀ ਬੰਦਾ, ਮੈਨੂੰ ਤਾਂ ਹੁਕਮ ਆ ਗਿਆ, ਮੈਨੂੰ ਤਾਂ ਹੁਣ ਜਾਣਾ ਪੈਣਾ, ਔਰ ਉਹ ਚਲਾ ਜਾਂਦਾ, ਮਿੱਟੀ ਬਾਕੀ ਰਹਿ ਜਾਂਦੀ ਹੈ। ਹੁਕਮ ਵਰਤਾਏ ਆਪੇ ਵੇਖੈ, ਗੁਰਮੁਖ ਕਿਸੈ ਬੁਝਾਏ। ਉਹ ਆਪਣਾ ਹੁਕਮ ਆਪ ਵਰਤਾ ਕੇ ਉਹਨੂੰ ਦੇਖ ਵੀ ਰਿਹਾ, ਬੈਠਾ ਵੇਖੈ ਵੱਖ ਇਕੇਲਾ, ਗੁਰਮੁਖ ਕਿਸੇ ਬੁਝਾਏ। ਕਿਸੇ ਨੂੰ ਗੁਰੂ ਦੇ ਰਾਹੀਂ, ਗੁਰੂ ਵੱਲ ਮੁਖ ਕਰਕੇ, ਗੁਰੂ ਦੇ ਅਨੁਸਾਰ ਹੋ ਕੇ ਉਹਨੂੰ ਬੁਝਾ ਵੀ ਦਿੰਦਾ। ਗੁਰੂ ਤੋਂ ਬਿਨਾਂ ਇਹ ਬੁੱਝਣਾ ਆਉਂਦਾ ਨਹੀਂ ਕਿਸੇ ਨੂੰ। ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਇਹ ਬੰਧਨਾਂ ਨੂੰ ਤੋੜ ਦਿੰਦਾ, ਮੁਕਤੀ ਦਾਤਾ ਹੈ, ਸ਼ਬਦ ਮਨ ਵਿੱਚ ਵਸਾ ਦਿੰਦਾ। ਸਾਧ ਸੰਗਤ ਜੀ, ਉਹ ਸਭ ਕੁਛ ਬੰਧਨ ਹੈ। ਕਰਮ ਧਰਮ ਬੰਧਨ ਹੈ, ਮਾਂ ਬਾਪ ਬੰਧਨ ਹੈ, ਪੁੱਤ ਧੀ ਬੰਧਨ ਹੈ, ਸੰਸਾਰੀ ਕਰਮ ਧਰਮ ਜੋ ਵੀ ਆਪਾਂ ਕਰਦੇ ਬੰਧਨ ਹੈ। ਬੰਧਨ ਤੋਂ ਬਿਨਾਂ ਇੱਕ ਸਤਿਗੁਰੂ ਜੋਗੀ ਹੈ, ਬਾਕੀ ਸਭ ਸ੍ਰਿਸ਼ਟੀ ਬੰਧਨ 'ਚ ਹੈ। ਆਪਾਂ ਜਿਹੜੇ ਕਿੱਤੇ ਕਰਦੇ ਹਾਂ, ਜਿਨ੍ਹਾਂ 'ਚ ਖੇਤੀ ਨੂੰ ਉੱਤਮ ਮੰਨਿਆ ਗਿਆ, ਉੱਤਮ ਖੇਤੀ ਮੱਧ ਵਪਾਰ ਆਪਾਂ ਕਹਿੰਦੇ ਹਾਂ, ਪਰ ਗੁਰਬਾਣੀ ਦੀ ਲਿਖਤ ਵਿੱਚ ਖੇਤੀ ਨੂੰ ਵੀ ਬੰਧਨ ਦੱਸਿਆ ਗਿਆ। ਬੰਧਨ ਕਿਰਖੀ ਕਰੈ ਕਿਰਸਾਨ, ਕਿਸਾਨ ਜਿਹੜੇ ਖੇਤੀ ਕਰਦੇ ਆ ਉਹ ਵੀ ਬੰਧਨ ਹੈ ਭਾਈ। ਇਹ ਤਾਂ ਜੇ ਗੁਰੂ ਦੀ ਮਿਹਰ ਹੋ ਜਾਏ ਤਾਂ ਹੀ ਇਹਨਾਂ ਬੰਧਨਾਂ 'ਚੋਂ, ਮਾਇਆ ਦੇ ਵਿੱਚ ਰਹਿੰਦੇ ਹੋਏ ਛੁਟਕਾਰਾ ਹੋ ਸਕਦਾ, ਨਹੀਂ ਤਾਂ ਬਹੁਤ ਮੁਸ਼ਕਿਲ ਹੈ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਏਕ ਸਿਉ ਲਿਵ ਲਾਏ। ਜਿਹਨੂੰ ਆਪ ਉਹ ਗੁਰਮੁਖ ਦੇ ਰਾਹੀਂ ਜੋੜਦਾ ਹੈ, ਗੁਰੂ ਨਾਲ ਜੋੜਦਾ ਹੈ, ਉਸ ਤੋਂ ਬਿਨਾਂ ਕੋਈ ਬੰਦਾ ਸਿੱਧੇ ਆਪਣੇ ਆਪ ਤੋਂ ਸੁਤੇ ਸਿੱਧ ਨਹੀਂ ਜੁੜ ਸਕਦਾ, ਨਾ ਪਰਮਾਤਮਾ ਨਾਲ ਨਾ ਗੁਰੂ ਨਾਲ। ਪਰਮਾਤਮਾ ਜੋੜਦਾ ਹੈ, ਜਿਸ ਹਰਿ ਭਾਵੈ ਤਿਸ ਗੁਰ ਮਿਲੈ, ਸੋ ਹਰਿ ਨਾਮ ਧਿਆਏ। ਪਰਮਾਤਮਾ ਦੇ ਚਾਹੁਣ ਤੋਂ ਬਿਨਾਂ ਗੁਰੂ ਨਹੀਂ ਮਿਲਦਾ ਕਿਸੇ ਨੂੰ, ਵੀ ਲੱਖ ਉਪਰਾਲੇ ਕਰ ਲਵੇ ਬੰਦਾ। ਔਰ ਫਿਰ ਇੱਕ ਦੇ ਨਾਲ ਉਹ ਲਿਵ ਲਾ ਦਿੰਦਾ। ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਪਾਤਸ਼ਾਹ ਫਰਮਾਉਂਦੇ ਹੈ ਬਈ ਉਹ ਕਰਤਾ ਆਪੇ ਸਾਰੀ ਸ੍ਰਿਸ਼ਟੀ ਦਾ ਕਰਨੇਹਾਰ ਹੈ, ਆਪੇ ਉਹ ਹੁਕਮ ਨੂੰ ਆਪਣੇ ਨੂੰ ਬੁਝਾ ਵੀ ਦਿੰਦਾ ਕਿਸੇ ਕਿਸੇ ਵਿਰਲੇ ਨੂੰ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤੱਤੈ ਸਾਰ ਨਾ ਜਾਣੀ। ਸਾਧ ਸੰਗਤ ਜੀ, ਉਹ ਜਿਹੜੇ ਪ੍ਰਚਲਿਤ ਗ੍ਰੰਥ ਹੈ ਧਾਰਮਿਕ, ਸਿਮਰਤੀਆਂ, ਸ਼ਾਸਤਰ, ਵੇਦ, ਇਹ ਪੁੰਨ ਪਾਪ ਦੀਆਂ ਹੀ ਵਿਚਾਰਾਂ ਕਰਦੇ ਆ। ਤੱਤੇ ਦੀ ਵਾਹਿਗੁਰੂ ਦੀ ਸਾਰ ਇਹਨਾਂ ਕੋਲ ਨਹੀਂ ਹੈ। ਦੁੱਧ ਇਹ ਵੀ ਹੈ ਪਰ ਮੱਖਣ ਨਹੀਂ ਹੈ। ਜੇ ਹੈ ਵੀ ਸਹੀ ਤਾਂ ਉਹ ਖਿੰਡਿਆ ਪਿਆ, ਡਿਫਿਊਜ਼ਡ ਰੂਪ 'ਚ ਹੈ। ਗੁਰਬਾਣੀ ਦੇ ਵਿੱਚ ਮੱਖਣ ਬਾਹਰ ਕੱਢ ਕੇ ਰੱਖਿਆ ਪਿਆ, ਜਿਹਨੂੰ ਲਿਵ ਲਾ ਲੈਂਦਾ ਉਹ ਛਕ ਲੈਂਦਾ।
ਔਰ ਇਹ ਵੀ ਬਚਨ ਹੈ ਗੁਰਬਾਣੀ 'ਚ, ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲੈ ਦੇਣਾ, ਨਰਕ ਸੁਰਗ ਅਵਤਾਰ। ਵੇਦ ਹੈ ਜਿਹੜੇ, ਕਥਾ ਕਹਾਣੀ ਇਹਨਾਂ ਨੇ ਲਿਆਂਦੀ ਹੋਈ ਹੈ ਰੱਬ ਦੀ, ਪਾਪ ਪੁੰਨਾਂ ਦੀਆਂ ਵਿਚਾਰਾਂ ਇਹ ਕਰਦੇ ਆ, ਔਰ ਇਹ ਮੋਰੈਲਿਟੀ ਤੱਕ ਸੀਮਤ ਹੈ। ਪਾਪ ਪੁੰਨ ਦੀ ਵਿਚਾਰ ਮੋਰੈਲਿਟੀ 'ਚ ਹੁੰਦੀ ਹੈ, ਸਤੋ ਗੁਣ 'ਚ ਹੁੰਦੀ ਹੈ। ਗੁਰਬਾਣੀ ਇਸ ਤੋਂ ਵੀ ਅੱਗੇ ਬੰਦੇ ਨੂੰ ਉਠਾਉਂਦੀ ਹੈ। ਜਿਹੜੇ ਵੇਦ ਨੇ ਸਾਧ ਸੰਗਤ ਜੀ, ਉਹਨਾਂ 'ਚ ਇਹੀ ਲਿਖਿਆ ਵੀ ਦੇ ਦਿਓ ਪਹਿਲਾਂ, ਫਿਰ ਉਹਦਾ ਵਾਪਸ ਲੈ ਲਓ, ਲੈ ਲਓ ਫਿਰ ਦੇ ਦਿਓ। ਨਰਕ ਵਿੱਚ ਸੁਰਗ ਵਿੱਚ ਅਵਤਾਰ ਧਾਰ ਲੂੰਗੇ। ਨਰਕ ਸੁਰਗ ਦੇ ਕੱਕੇ ਨੂੰ ਔਰ ਗੱਗੇ ਨੂੰ ਸਿਹਾਰੀ ਲੱਗੀ ਹੋਈ, ਨਰਕਾਂ ਦੇ ਰਾਹੀਂ ਸੁਰਗਾਂ ਦੇ ਰਾਹੀਂ ਅਵਤਾਰ ਧਾਰ ਲੂੰਗੇ ਦੁਬਾਰੇ। ਕਿਉਂਕਿ ਕਿਸੇ ਨੂੰ ਪੰਡਿਤ ਕਹਿੰਦਾ ਵੀ ਇਹ ਕੰਮ ਕਰਨ ਨਾਲ ਨਰਕ ਮਿਲੂਗਾ, ਇਹ ਕਰਮ ਕਰਨ ਨਾਲ ਸੁਰਗ ਮਿਲੂਗਾ, ਇਹਨਾਂ ਹੀ ਗੱਲਾਂ 'ਚ ਫਸਿਆ ਹੋਇਆ ਬੰਦਾ। ਗੁਰਬਾਣੀ ਦਾ ਨਰਕ ਸੁਰਗ ਐਸਾ ਨਹੀਂ ਹੈ। ਨਰਕ 84 ਲੱਖ ਜੋਨ ਹੈ, ਲੱਖ 84 ਨਰਕ ਨਾ ਭੋਗੋ, ਰਸਕ ਰਸਕ ਗੁਣ ਗਾਈ ਹੈ। ਸੁਰਗ ਗੁਰਬਾਣੀ ਦਾ ਸਾਧੂ ਦੇ ਚਰਨ, ਪਰਮਾਤਮਾ ਦੇ ਚਰਨ, ਗੁਰੂ ਦੇ ਚਰਨ, ਉਹੀ ਸਵਰਗ ਹੈ ਸਿੱਖ ਵਾਸਤੇ, ਹੋਰ ਕੋਈ ਸਵਰਗ ਨਹੀਂ। ਤੈ ਬੈਕੁੰਠ ਜੈ ਨਾਮ ਉਚਰੈ। ਬੈਕੁੰਠ ਮਾਨਤਾ ਇਹ ਹੈ ਵੀ ਜਿੱਥੇ ਵਿਸ਼ਨੂੰ ਰਹਿੰਦਾ ਹੈ, ਉਹਨੂੰ ਬੈਕੁੰਠ ਕਹਿੰਦੇ। ਗੁਰਬਾਣੀ ਦਾ ਫਰਮਾਨ ਹੈ ਵੀ ਜਿੱਥੇ ਸਾਧ ਸੰਗਤ ਹੈ ਉਹੀ ਬੈਕੁੰਠ ਹੈ, ਸਵਰਗ ਹੈ। ਦੇਖੋ ਕਿੰਨਾ ਅੰਤਰ ਹੈ ਸੋਚ ਵਿੱਚ। ਤੈ ਬੈਕੁੰਠ ਜੈ ਨਾਮ ਉਚਰੈ। ਤੋ ਜਿਹੜਾ ਗੁਰਬਾਣੀ ਦਾ ਖਿਆਲ ਹੈ ਉਹ ਇਹ ਹੈ, ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ, ਸੁਰਤੀ ਕਰਮ ਧਿਆਈ। ਇਹ ਜਿਹੜੀ ਅੰਮ੍ਰਿਤ ਬਾਣੀ ਹੈ, ਰਤਨ ਹੈ, ਇਹ ਤੱਤ ਨੂੰ ਵਿਖਾਣਦੀ ਹੈ, ਰੱਬ ਦੀ ਵਿਆਖਿਆ ਕਰਦੀ ਹੈ, ਖੁਦ ਪਰਮਾਤਮਾ ਦਾ ਰੂਪ ਹੈ। ਇਹ ਗਿਆਨ ਧਿਆਨ ਵਿੱਚ ਆਈ ਹੋਈ ਹੈ, ਕਥਾ ਕਹਾਣੀ ਨਹੀਂ ਹੈ। ਇਹ ਧਿਆਨ ਲਾ ਲਾ ਕੇ ਗੁਰੂ ਸਾਹਿਬਾਨਾਂ ਨੇ ਉਹਦੇ ਵਿੱਚੋਂ ਨਿਕਲੀ ਹੋਈ ਹੈ। ਗੁਰਮੁਖ ਆਖੀ ਗੁਰਮੁਖ ਜਾਤੀ, ਗੁਰਮੁਖਾਂ ਨੇ ਇਹਨੂੰ ਵਿਖਾਣਿਆ ਹੋਇਆ, ਗੁਰਮੁਖਾਂ ਨੇ ਰਾਹੀਓਂ ਇਹ ਜਾਣੀ ਜਾਂਦੀ ਹੈ। ਔਰ ਸੁਰਤੇ ਜਿਹੜੇ ਹਨ, ਸੁਰਤੀ ਕਰਮ ਧਿਆਈ, ਸੁਰਤਿਆਂ ਨੇ ਇਹਨੂੰ ਉਹਦੀ ਬਖਸ਼ਿਸ਼ ਦੇ ਨਾਲ ਧਿਆਇਆ। ਉਹਦੀ ਬਖਸ਼ਿਸ਼ ਤੋਂ ਬਿਨਾਂ ਗੁਰਬਾਣੀ ਕੋਈ ਵੀ ਚੀਜ਼ ਨੂੰ ਪ੍ਰਵਾਨ ਨਹੀਂ ਕਰਦੀ। ਬੰਦੇ ਦੇ ਕਰਨ ਦੇ ਨਾਲ ਕੁਛ ਵੀ ਨਹੀਂ ਹੁੰਦਾ ਹੈ। ਬੇਸ਼ੱਕ ਬੰਦਾ ਕਰਦਾ ਹੈ ਆਪਣੇ ਭਾਣੇ 'ਚ, ਪਰ ਅਸਲ ਵਿੱਚ ਹੁੰਦਾ ਉਹੀ ਹੈ ਜੋ ਉਹ ਕਰਦਾ ਹੈ। ਮੁਦਈ ਲਾਖ ਬੁਰਾ ਚਾਹੇ ਤੋ ਕਿਆ ਹੋਤਾ ਹੈ, ਹੋਤਾ ਵਹੀ ਹੈ ਜੋ ਮਨਜ਼ੂਰ ਖੁਦਾ ਹੋਤਾ ਹੈ। ਜੋ ਉਹਨੇ ਕਰਨਾ ਉਹ ਹੋਣਾ ਹੈ। ਕਿसी ਫਰਿਸ਼ਤੇ ਦੇ ਵੀ ਯਾਦ ਨਹੀਂ ਸੀ ਸਾਧ ਸੰਗਤ ਜੀ, ਉਹ ਵੀ ਬੜੇ ਬੜੇ ਦਰਖਤ ਗਿਰ ਪੈਣਗੇ। 5-5 ਵਾਰ ਦੇ ਮੁੱਖ ਮੰਤਰੀ, 2-2 ਵਾਰ ਦੇ ਮੁੱਖ ਮੰਤਰੀ, 1-1 ਵਾਰ ਦੇ ਮੁੱਖ ਮੰਤਰੀ। ਦੇਖੋ ਰੱਬ ਦਾ ਭਾਣਾ, ਹੁਕਮ ਹੈ। ਸੋਚ ਵਿਚਾਰ ਵੀ ਨਹੀਂ ਸੀ ਕੋਈ ਸਕਦਾ ਵੀ ਇਹ ਇੰਨੇ ਪੈਸੇ ਵਾਲੇ ਬੰਦੇ ਜਿਹੜੇ ਨੋਟ ਦੇ ਦੇ ਕੇ ਵੋਟਾਂ ਵੀ ਖਰੀਦ ਲੈ ਕਰਦੇ ਆ, ਵੀ ਇਹ ਵੀ ਹਾਰ ਜਾਣਗੇ। ਹਾਰੇ, ਹੁਕਮ ਹੈ ਉਹਦਾ। ਉਹ ਕਿਸੇ ਨੂੰ ਵੀ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ। ਅਸਮਾਨਾਂ ਵਾਲਿਆਂ ਨੂੰ ਹੇਠਾਂ ਸਿੱਟ ਦਿੱਤਾ, ਹੇਠਾਂ ਵਾਲਿਆਂ ਨੂੰ ਉੱਪਰ ਚੱਕ ਦਿੱਤਾ ਗਰੀਬਾਂ ਨੂੰ। ਇਹੀ ਉਹਦੀ ਕਲਾ, ਕੁਛ ਵੀ ਕਰਨ ਦੇ ਸਮਰੱਥ ਹੈ। ਜੇ ਕੁਛ ਚਿਰ ਨਹੀਂ ਨਜ਼ਰ ਆਉਂਦਾ ਤਾਂ ਹੌਲੀ ਹੌਲੀ ਅਲਟੀਮੇਟਲੀ ਉਹ ਜ਼ਰੂਰ ਆਪਣਾ ਦਰਸ਼ਨ ਦਿਖਾ ਜਾਂਦਾ ਹੈ। ਨਹੀਂ ਤਾਂ ਦੁਨੀਆ ਉਹਨੂੰ ਮੰਨਣੇ ਤੋਂ ਹੀ ਹਟ ਜਾਵੇ ਫਿਰ। ਤੋ ਸਾਧ ਸੰਗਤ ਜੀਓ, ਤੱਤੈ ਸਾਰ ਨਾ ਜਾਣੀ, ਗੁਰੂ ਵਾਝੋਂ ਤੱਤੈ ਸਾਰ ਨਾ ਜਾਣੀ। ਗੁਰੂ ਤੋਂ ਬਿਨਾਂ ਇਸ ਤੱਤ ਦੀ ਸਾਰ ਨਹੀਂ ਆਉਂਦੀ ਕਿਸੇ ਨੂੰ ਵੀ। ਗੁਰੂ ਪਰਮਾਤਮਾ ਨੂੰ ਸਾਨੂੰ ਦਿਖਾਉਂਦਾ ਹੈ, ਸਾਨੂੰ ਉਹਦੇ ਨਾਲ ਜੋੜਦਾ ਹੈ। ਕਿਉਂਕਿ ਗੁਰੂ ਖੁਦ ਵੀ ਪਰਮਾਤਮਾ ਦੇ ਨਾਲ ਜੁੜਿਆ ਵਾ ਹੁੰਦਾ, ਉਹ ਇੱਕੋ ਰੂਪ ਹੁੰਦਾ ਦੋਹਾਂ ਦਾ। ਫਿਰ ਉਸ ਤੋਂ ਸਾਰ ਆਉਂਦੀ, ਚਾਰੇ ਵੇਦ ਕਥੈ ਆਕਾਰ, ਤੀਨ ਅਵਸਥਾ ਕਹੈ ਬਖਿਆਨ, ਤੁਰਿਆ ਅਵਸਥਾ ਸਤਿਗੁਰ ਤੇ ਹਰਿ ਜਾਣ। ਉਹੀ ਵਿਚਾਰ ਇੱਥੇ ਆਇਆ ਹੋਇਆ ਵੀ ਤੱਤੈ ਸਾਰ ਨਾ ਜਾਣੀ ਗੁਰੂ ਵਾਝੋਂ। ਇਹ ਜਿਹੜਾ ਤੁਰਿਆ ਪਦ ਹੈ ਸਾਧ ਸੰਗਤ ਜੀ, ਚੌਥਾ ਗੁਣ, ਚੌਥੀ ਪਦਵੀ, ਚੌਥੀ ਪੌੜੀ, ਇਹ ਗੁਰੂ ਤੋਂ ਬਿਨਾਂ ਨਹੀਂ ਸਮਝ ਆਉਂਦੀ ਇਸਦੀ। ਭੰਬਲ ਭੂਸਾ ਹੈ ਸੰਸਾਰ ਦੇ ਵਿੱਚ। ਵੇਦਾਂ ਦੇ ਵਿੱਚ ਕੁਦਰਤ ਦੀ ਪੂਜਾ ਹੈ, ਨੇਚਰ ਦੀ, ਸੱਪਾਂ ਦੀ, ਬੋਹੜ ਦੀ, ਸੂਰਜ ਦੀ ਲਾਲੀ ਦੀ, ਦੇਵੀ ਦੇਵਤਿਆਂ ਦੀ, ਅਗਨੀ ਦੇਵਤਾ ਸਮਝ ਕੇ, ਇੰਦਰ ਦੇਵਤਾ ਮੀਂਹ ਦਾ ਸਮਝ ਕੇ,
ਉਹਨਾਂ ਦੀ ਪੂਜਾ ਜਾਂ ਟੂਣੇ ਟਾਮਣੇ ਥਰਮਣ ਵਿੱਚ। ਜਿਹੜੇ ਤੱਤ ਗਿਆਨ ਹੈ ਉਹ ਉਪਨਿਸ਼ਦਾਂ ਵਿੱਚ ਹੈ, ਉਹ ਵੀ ਵੇਦਾਂ ਦਾ ਇੱਕ ਅੰਗ ਹੈ। ਪਿਛਲੇ ਪਾਸੇ ਉਹ ਵੀ ਹੈ ਲੱਗੇ ਹੋਏ ਵੇਦਾਂ ਦੇ, ਜਿੱਥੇ ਹੋਰ ਬ੍ਰਾਹਮਣੀ ਗ੍ਰੰਥ ਵੀ ਹੈ, ਆਰਿਅੰਕਾ ਵੀ ਹੈ, ਉੱਥੇ ਵੇਦ ਵੀ ਜੁੜੇ ਹੋਏ। ਹਰ ਇੱਕ ਵੇਦ ਦੇ ਨਾਲ ਇਹ ਜਿਹੜੇ ਉਪਨਿਸ਼ਦਾਂ ਇਹ ਵੀ ਜੁੜੇ ਹੋਏ ਹੈ। ਇਸੀ ਕਰਕੇ ਇਹ ਵੀ ਬਚਨ ਪਿੱਛੇ ਆਇਆ ਵੀ ਵੇਦਾਂ ਮੈਂ ਨਾਮ ਉੱਤਮ ਸੋ ਸੁਣਿਆ ਨਹੀਂ, ਪਹਿਲਾਂ ਵਿਚਾਰ ਹੋਲੀ। ਲੇਕਿਨ ਜਿਹੜੇ ਚਾਰੇ ਵੇਦ ਹੈ, ਜਦੋਂ ਉਹਨਾਂ ਦੀ ਬਾਤ ਗੁਰਬਾਣੀ 'ਚ ਆਉਂਦੀ ਹੈ ਤਾਂ ਉਹਨਾਂ ਦੇ ਵਿੱਚ ਇਹ ਲਿਖਿਆ ਹੋਇਆ ਕਲੀਅਰਲੀ ਵੀ ਉਹਨਾਂ 'ਚ ਤੱਤ ਗਿਆਨ ਹੈ ਨਹੀਂ, ਔਰ ਹੈ ਵੀ ਨਹੀਂ। ਅਜੇ ਪੜ੍ਹ ਕੇ ਦੇਖੋਗੇ ਤਾਂ ਵੇਦਾਂ 'ਚ ਹੈ ਗੁਰਬਾਣੀ, ਕਿਉਂਕਿ ਸੱਚ ਝੂਠ ਦਾ ਨਿਰਣਾ ਕਰਦੀ ਹੈ। ਇਸ ਕਰਕੇ ਆਪਾਂ ਨੂੰ ਉਹੀ ਗੱਲ ਦਾ ਅਨੁਸਰਨ ਕਰਨਾ ਬਣਦਾ ਹੈ। ਬੇਸ਼ੱਕ ਸਤਿਕਾਰਤ ਪੁਸਤਕਾਂ ਹੈ, ਸਾਰੀ ਦੁਨੀਆ ਦੇ ਸਭ ਤੋਂ ਪਹਿਲੀਆਂ ਪੁਸਤਕਾਂ ਜਿਹੜੇ ਵੇਦ ਨੇ ਪਵਿੱਤਰ ਹੈ। ਇੱਕ ਧਾਰਮਿਕ ਫਿਰਕਾ ਉਹਨਾਂ ਨੂੰ ਮੰਨਦਾ ਹੈ, ਤਾਂ ਸਾਡਾ ਵੀ ਫਰਜ਼ ਬਣਦਾ ਸੀ ਸਤਿਕਾਰ ਦਈਏ। ਪਰ ਜੋ ਗੁਰੂ ਸਾਹਿਬ ਨੇ ਸੱਚ ਕਿਹਾ ਉਹ ਵੀ ਆਪਾਂ ਅੱਖਾਂ ਤੋਂ ਓਹਲੇ ਨਹੀਂ ਕਰ ਸਕਦੇ। ਤੋ ਜਿਹੜਾ ਤੁਰਿਆ ਪਦ ਹੈ, ਇਹਦੀ ਸੋਝੀ ਕੇਵਲ ਸਤਿਗੁਰੂ ਨੂੰ ਹੈ। ਕਿਉਂਕਿ ਸਾਧ ਕੀ ਮਹਿਮਾ ਵੇਦ ਨਾ ਜਾਣੇ, ਉਹ ਚੌਥੇ ਪਦ ਵਾਲੇ ਦੀ ਮਹਿਮਾ ਨੂੰ ਵੇਦ ਜਾਣੇ ਨਹੀਂ ਸਕਦੇ। ਉਸੇ ਤੋਂ ਪਤਾ ਲੱਗੂਗਾ ਵੀ ਚੌਥਾ ਪਦ ਅਸਲ 'ਚ ਕਿਆ ਹੈ। ਉਹ ਹਉਮੈ ਟੁੱਟੇ ਬਿਨਾਂ ਨਹੀਂ ਬਣਦਾ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ। ਇਹ ਸੰਸਾਰ ਤਿੰਨਾਂ ਗੁਣਾਂ ਦੇ 'ਚ, ਮਾਇਆ ਦਿਆਂ 'ਚ, ਰਜੋ ਤਮੋ ਔਰ ਸਤੋ, ਇਹਨਾਂ ਦੇ ਵਿੱਚ ਸੁੱਤਾ ਪਿਆ। ਸੁੱਤਿਆਂ ਦੀ ਉਹ ਸਾਰੀ ਉਮਰ ਲੰਘ ਜਾਂਦੀ ਹੈ। ਰਹਿਣ ਰਾਤ, ਇਹ ਜਿਹੜੀ ਜ਼ਿੰਦਗੀ ਹੈ ਇੱਕ ਰਾਤ ਰੂਪੀ ਹੈ, ਇਹ ਲੰਘ ਜਾਂਦੀ ਹੈ। ਜਦ ਨੂੰ ਹੋਸ਼ ਆਉਂਦੀ ਹੈ ਉਨੇ ਨੂੰ ਰਾਤ ਬੀਤ ਜਾਂਦੀ ਹੈ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਗੁਰੂ ਦੀ ਕਿਰਪਾ ਨਾਲ ਉਹੀ ਜਨ ਜਾਗਦੇ ਹੈ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਵਸ ਜਾਂਦਾ ਹੈ, ਔਰ ਉਹਨਾਂ ਦੀ ਬੋਲੀ ਵੀ ਅੰਮ੍ਰਿਤ ਵਰਗੀ ਹੋ ਜਾਂਦੀ ਹੈ। ਅੰਮ੍ਰਿਤ ਬਾਣੀ ਨੂੰ ਉਹ ਬੋਲਦੇ ਹੈ, ਨਾਮ ਧਿਆਉਂਦੇ। ਕਹੈ ਨਾਨਕ ਸੋ ਤਤ ਪਾਏ, ਜਿਸਨੋਂ ਅਨਦਿਨ ਹਰ ਲਿਵ ਲਾਗੈ, ਜਾਗਤ ਰਹਿਣ ਬਿਹਾਣੀ। ਸਾਧ ਸੰਗਤ ਜੀਓ, ਪਾਤਸ਼ਾਹ ਫਰਮਾਉਂਦੇ ਆ ਵੀ ਉਹੀ ਤੱਤ ਨੂੰ ਪਾਉਂਦਾ ਹੈ ਜਿਹਨੂੰ ਦਿਨ ਰਾਤ ਉਹਦੀ ਲਿਵ ਲੱਗ ਜਾਂਦੀ ਹੈ, ਔਰ ਜਾਗਦਿਆਂ ਦੀ ਉਹ ਸਾਰੀ ਰਾਤ ਲੰਘਦੀ ਹੈ। ਇਹ ਸਾਰੀ ਉਮਰ ਜਾਗਦਾ ਹੀ ਰਹਿੰਦਾ। ਜਾਗਣ ਦਾ ਮਤਲਬ ਇਹ ਨਹੀਂ ਵੀ ਸੌਂਦਾ ਨਹੀਂ ਹੈ, ਉਲਟਾ ਅਰਥ ਨਾ ਲੈ ਲਿਓ, ਗੁਰਬਾਣੀ 'ਚ ਇਸ ਤਰ੍ਹਾਂ ਨਹੀਂ ਹੈ। ਜਾਗਣ ਦਾ ਮਤਲਬ ਹੈ ਆਤਮਿਕ ਲੈਵਲ ਤੇ। ਸੋ ਜਾਗੈ ਜੋ ਏਕੋ ਜਾਣੈ, ਪ੍ਰਕਿਰਤੀ ਛੋੜੈ ਤਤ ਪਛਾਣੈ। ਉਹ ਜਾਗਦਾ ਜਿਹੜਾ ਪ੍ਰਕਿਰਤੀ ਨੂੰ ਛੱਡ ਕੇ ਤੱਤ ਨੂੰ ਪਕੜਦਾ। ਨਹੀਂ ਸਭ ਸੁੱਤੇ ਪਏ ਆਪਾਂ। ਮਤ ਜਾਣਿਓ ਵੀ ਆਪਾਂ ਜਿਉਂਦੇ ਹਾਂ। ਮਤ ਜਾਣੋ ਜਗ ਜੀਵਦਾ, ਦੂਜੇ ਭਾਏ ਮੋਆਸ। ਆਪਾਂ ਸਭ ਦੂਜੇ ਭਾਅ 'ਚ ਜੁੜੇ ਹੋਏ ਹਾਂ। ਸਾਧ ਸੰਗਤ ਜੀਓ, ਮਹਾਰਾਜ ਮਿਹਰ ਕਰੇ ਸਾਨੂੰ ਵੀ ਜਗਾ ਦੇਵੇ। ਜਿਹੜਾ ਜਾਗ ਪਿਆ ਉਹ ਫਿਰ 24 ਘੰਟੇ ਦਿਨ ਰਾਤ ਜਾਗਦੇ ਦੀ ਉਹ ਲੰਘ ਜਾਂਦੀ ਹੈ, ਤਾਂ ਧਿਆਨ ਧਿਆਉਂਦੇ ਦੀ ਲੰਘ ਜਾਂਦੀ ਹੈ। ਉਹ ਨਹੀਂ ਫਿਰ ਵਿਸਾਰਦਾ ਕਦੇ ਵੀ। ਜਿਹੜੇ ਉਚਾਰਨ ਕਰਦੇ ਆ ਉਹਦਾ ਰਸਨਾ ਤੋਂ, ਉਹ ਵੀ ਪਵਿੱਤਰ ਨੇ, ਉਹੀ ਜਾਗਦੇ ਆ। ਬੇਸ਼ੱਕ ਅਜੇ ਨਾਮ ਨਾ ਵੀ ਪ੍ਰਗਟ ਹੋਇਆ ਹੋਵੇ, ਲੇਕਿਨ ਉਹ ਜਾਗ ਚੁੱਕੇ ਆ। ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨ। ਹਾਲਾਂਕਿ ਉਚਾਰਨ ਨੂੰ ਕੋਈ ਸਾਡੇ ਭਰਾ ਤੋਤਾ ਰਤਨ ਵੀ ਕਹੀ ਜਾਂਦੇ, ਜਿਨ੍ਹਾਂ ਨੇ ਆਪ ਕਦੇ ਅਭਿਆਸ ਨਹੀਂ ਨਾ ਕਰਿਆ, ਉਹ ਤੋਤਾ ਰਤਨ ਦੱਸਦੇ ਆ। ਪਰ ਇਹ ਬਹੁਤ ਇੰਪੋਰਟੈਂਟ ਅੰਗ ਹੈ ਨਾਮ ਦਾ, ਜਿਹੜਾ ਰਸਨਾ ਤੋਂ ਪਵਿੱਤਰ ਨਾਮ ਲੈਣਾ। ਬਾਰ ਬਾਰ ਜਪਣਾ, ਬਾਰ ਬਾਰ ਕਿਸੇ ਵੀ ਪਲ ਵਿਸਾਰਨਾ ਨਹੀਂ ਉਹਨੂੰ। ਜਦੋਂ ਨਾਮ ਪ੍ਰਾਪਤੀ ਹੋ ਗਈ, ਫਿਰ ਹਿਰਦਾ ਆਪੇ ਬੋਲੀ ਜਾਂਦਾ ਅੰਦਰ। ਫਿਰ ਬਾਹਰ ਤੋਂ ਵੀ ਬਹੁਤਾ ਕਰਨ ਦੀ ਲੋੜ ਨਹੀਂ ਪੈਂਦੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਏ। ਹੁਣ ਅੱਗੇ ਪ੍ਰਮਾਣ ਦੇ ਕੇ ਸਾਨੂੰ ਸਮਝਾਉਂਦੇ ਵੀ ਭਾਈ, ਮਾਤਾ ਦੇ ਗਰਭ ਦੇ ਵਿੱਚ ਇੰਨੀ ਅਗਨੀ ਹੁੰਦੀ ਹੈ, ਜਠਰਾਗਨ, ਉੱਥੇ ਵੀ ਸਾਡੀ ਰਾਖੀ ਕਰਦਾ। ਜਦੋਂ ਪੁੱਠੇ ਮੂੰਹ ਹੇਠਾਂ ਨੂੰ ਮੂੰਹ ਕਰਕੇ ਲਟਕਦੇ ਹੁੰਦੇ, ਲੱਤਾਂ ਉੱਪਰ ਹੁੰਦੀਆਂ, ਕਿਉਂ ਉਹਨੂੰ ਫਿਰ ਭੁੱਲੀਏ। ਜਿਹੜਾ ਉੱਥੇ ਅਗਨੀ 'ਚ ਰਾਖੀ ਕਰਦਾ, ਬਾਹਰ ਵੀ ਉਹੀ ਰਾਖੀ ਕਰੂਗਾ ਸਾਡੀ। ਆਪਣੀ ਬੁੱਧੀ ਨੂੰ ਪਿੱਛੇ ਕਰ ਲਓ। ਮਨੋ ਕਿਉਂ ਵਿਸਾਰੀਐ ਏਵਨ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਕਿਉਂ ਵਿਸਾਰੀਏ ਉਸ ਦਾਤੇ ਨੂੰ ਜਿਹੜਾ ਅਗਨੀ ਦੇ ਵਿੱਚ ਰੱਖ ਕੇ ਸਾਨੂੰ ਉੱਥੇ ਵੀ ਸਾਨੂੰ ਭੋਜਨ ਦਿੰਦਾ ਹੈ। ਮਾਂ ਦਾ ਦੁੱਧ ਉੱਥੇ ਵੀ ਪਹੁੰਚਦਾ, ਚਾਹੇ ਮਾਂ ਦੇ ਬਲੱਡ ਦੇ ਰਾਹੀਓਂ ਪਹੁੰਚਦਾ। ਆਕਸੀਜਨ ਵਗੈਰਾ ਉੱਥੇ ਹੀ ਮਿਲਦੀ। ਉਸ ਨੂੰ ਕਿਹੋ ਪੋਹ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ।
ਉਹਨੂੰ ਕੋਈ ਚੀਜ਼ ਪੋ ਨਹੀਂ ਸਕਦੀ, ਛੂ ਨਹੀਂ ਸਕਦੀ, ਉਹਦੇ ਵੱਲ ਝਾਕ ਨਹੀਂ ਸਕਦੀ ਜਿਹਨੂੰ ਉਹ ਆਪਣੀ ਲਿਵ ਲਾ ਦੇਵੇ। ਕੋਈ ਮਾਇਆ ਉਹਦੇ ਤੇ ਅਸਰ ਨਹੀਂ ਕਰ ਸਕਦੀ। ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ। ਉਹ ਲਿਵ ਵੀ ਉਹ ਆਪ ਲਾਉਂਦਾ, ਬੰਦੇ ਦੇ ਵਸ ਨਹੀਂ ਹੈ ਵੀ ਉਹ ਕਿਸੇ ਗੁਰਮੁਖ ਨਾਲ ਜੁੜ ਜਾਏ ਜਾਂ ਸੰਗਤ ਵਿੱਚ ਚਲੇ ਜਾਵੇ। ਬਾਹਰ ਬੈਠੇ ਜਰਦਾ ਤਾਂ ਮਲ ਸਕਦੇ ਆ, ਸਿੱਖ ਵੀ ਦੇਖੇ ਆ ਮਲਦੇ ਜਰਦੇ ਨੂੰ, ਪਰ ਸੰਗਤ ਵੀ ਜਾਣ ਵਾਲਿਆਂ ਪਰ ਟਿੱਪਣੀ ਕਰਨਗੇ ਸਗੋਂ, ਲੈ ਕਿਆ ਰੱਖਿਆ ਹੋਇਆ ਗੁਰਦੁਆਰੇ 'ਚ, ਮਨ ਸਾਫ਼ ਚਾਹੀਦਾ। ਇਸ ਤਰ੍ਹਾਂ ਦੀਆਂ ਬਾਤਾਂ ਕਰਦੇ ਆਪਣੇ ਆਪ ਨੂੰ ਸਾਫ਼ ਸਮਝਦੇ ਆ। ਔਰ ਇਹੀ ਸਭ ਤੋਂ ਬੜੀ ਮੈਲ ਹੈ। ਜਿਹੜਾ ਬੰਦਾ ਸਮਝਦਾ ਵੀ ਮੈਂ ਤਾਂ ਸਾਫ਼ ਹੈ, ਮੇਰਾ ਮਨ ਸਾਫ਼ ਹੈ, ਸਮਝ ਲਓ ਸਭ ਤੋਂ ਮੈਲਾ ਉਹੀ ਹੈ। ਗੁਰਦੁਆਰਾ ਜਾਏ ਬਿਨਾ, ਗੁਰੂ ਦਾ ਹੋਏ ਬਿਨਾ ਕਿਵੇਂ ਸਮਝ ਆਊ ਬੰਦੇ ਨੂੰ ਵੀ ਮੈਂ ਮੈਲਾ। ਇਸੇ ਕਰਕੇ ਉਹਨਾਂ ਨੂੰ ਸਮਝ ਨਹੀਂ ਆ ਰਹੀ, ਆਪਣੇ ਆਪ ਨੂੰ ਠੀਕ ਸਮਝਦੇ। ਤੋ ਗੁਰੂ ਦੇ ਤਾਂ ਹੋਣਾ ਪੈਣਾ ਹੀ ਭਾਈ। ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ। ਲਿਵ ਵੀ ਆਪੇ ਲਾਉਂਦਾ ਹੈ, ਗੁਰੂ ਦੇ ਨਾਲ ਵੀ ਆਪੇ ਜੋੜਦਾ, ਫਿਰ ਬੰਦਾ ਉਹਨੂੰ ਯਾਦ ਕਰਦਾ। ਕਹੇ ਨਾਨਕ ਏਵੜ ਦਾਤਾ ਸੋ ਕਿਉ ਮਨੋ ਵਿਸਾਰੀਏ। ਕਿਉਂ ਛੱਡੀਏ ਭਾਈ ਉਸ ਦਾਤੇ ਨੂੰ ਜਿਹੜਾ ਐਡਾ ਵੱਡਾ। ਸਾਧ ਸੰਗਤ ਜੀ, ਉਹ ਪੁੱਠਾ ਲਟਕਣ ਦੀ ਬਾਤ ਗੁਰਬਾਣੀ 'ਚ ਆਉਂਦੀ ਹੈ। ਮੈਂ ਇਹਦੇ ਮੈਡੀਕਲ ਪੁਆਇੰਟ ਆਫ ਵਿਊ ਤੋਂ ਵੀ ਦਾਸਰਾ ਆਪਣੀ ਮਿਸਿਸ ਦੇ ਨਾਲ ਡਿਲੀਵਰੀਆਂ ਕਰਦੇ ਰਹੇ ਅਸੀਂ ਤਕਰੀਬਨ ਸਾਰੀ ਉਮਰ। ਉਹਦੇ 'ਚ ਰੋਖੇ ਜਵਾਬ ਜੀ ਨਾਲ ਇੱਕ ਦੋ ਬਾਤਾਂ ਸਾਂਝੀਆਂ ਕਰਨੀਆਂ। ਨੋਰਮਲੀ 80-90% ਬੱਚੇ ਸਿਰ ਹੇਠ ਨੂੰ ਹੁੰਦਾ, ਕਿਤੇ ਕਿਤੇ ਕੁਛ 1-2-4% ਲੱਤਾਂ ਮੂਹਰੇ ਹੁੰਦੀਆਂ ਬੱਚਿਆਂ ਦੀਆਂ, ਉਹਨੂੰ ਬਰੀਚ ਡਿਲੀਵਰੀ ਕਹਿੰਦੇ ਆ। ਲੱਤਾਂ ਜਾਂ ਮੋਢਾ ਮੂਹਰੇ ਹੋ ਜਾਂਦਾ, ਸਿਰ ਨਹੀਂ ਹੁੰਦਾ। ਉਹ ਡਿਲੀਵਰੀਆਂ ਔਖੀਆਂ ਹੁੰਦੀਆਂ। ਜੇ ਟਾਈਮ ਲੱਗ ਜਾਏ ਤਾਂ ਬੱਚੇ ਦੀ ਗਰਭ ਦੇ ਵਿੱਚ ਮੌਤ ਵੀ ਹੋ ਜਾਂਦੀ ਹੈ, ਕਿਉਂਕਿ ਲੱਤਾਂ ਬਾਹਰ ਆ ਜਾਂਦੀਆਂ, ਸਿਰ ਫਸ ਜਾਂਦਾ। ਸਿਰ ਬੜਾ ਹੁੰਦਾ, ਬੜੇ ਤਰੀਕੇ ਨਾਲ ਕੱਢਣਾ ਹੁੰਦਾ ਉਹਨੂੰ, ਪਰ ਫਿਰ ਵੀ ਦੇਖਿਆ ਗਿਆ ਵੀ ਬਰੀਚ ਵਿੱਚ ਮੌਤ ਵੀ ਹੋ ਜਾਂਦੀ ਹੈ। ਔਰ ਇਹਦੇ ਨਾਲ ਜੁੜੀ ਹੋਈ ਗੱਲ ਇਹ ਹੈ, ਦਾਸਰੇ ਨੂੰ ਇਹ ਕਿਸੇ ਸੰਗਤ ਵਿੱਚੋਂ ਹੀ ਪਤਾ ਲੱਗਿਆ, ਕਿਸੇ ਦਾਨੇ ਤੋਂ, ਬਈ ਜਿਹੜੇ ਬੰਦੇ ਬਰੀਚ ਪੈਦਾ ਹੁੰਦੇ, ਬੱਚੇ ਦੇ ਰੂਪ ਜਦ ਪੈਦਾ ਹੁੰਦੇ, ਉਹ ਬਰੀਚ ਹੁੰਦੇ, ਲੱਤਾਂ ਮੂਹਰੇ ਹੁੰਦੀਆਂ। ਜਿਹੜੇ ਉਹਨਾਂ 'ਚੋਂ ਬਚ ਵੀ ਜਾਂਦੇ, ਕੁਛ ਤਾਂ ਮਰੇ ਜਾਂਦੇ ਚਲੋ, ਉਹ ਬੜੇ ਹੰਕਾਰੀ ਸੁਭਾਅ ਦੇ, ਅਤਿਆਚਾਰੀ, ਪਾਪਾਚਾਰੀ, ਦੁਸ਼ਟ ਹੁੰਦੇ। ਹੁਣ ਇਹ ਗੱਲ ਵੀ ਇੱਕ ਕੁਦਰਤੀ ਹੈ, ਪਤਾ ਤਾਂ ਹੈ ਨਹੀਂ ਇਸ ਗੱਲ ਦਾ ਵੀ ਉਹ ਕਿਵੇਂ ਜੰਮੇ ਹੋਣਗੇ, ਹਿਟਲਰ, ਮਸੋਲੀਨੀ, ਮਾਓ ਸੇ ਤੁੰਗ ਵਰਗੇ। ਪਰ ਉਹ ਦਾਨੇ ਦੇ ਕਥਨ ਮੁਤਾਬਕ ਐਸਾ ਲੱਗਦਾ ਹੈ ਵੀ ਉਹ ਹੋ ਸਕਦਾ ਬਰੀਚ ਡਿਲੀਵਰੀਆਂ ਹੋਈਆਂ ਹੋਣ ਉਹਨਾਂ ਦੀਆਂ। ਇਹ ਐਵੇਂ ਨਹੀਂ ਕਹੀ ਉਹਨੇ ਵੀ, ਕਿਸੇ ਸਮਝਾਇਆ ਸੀ ਦਾਸਰੇ ਨੂੰ, ਕਿਸੇ ਵਿਸ਼ਵਾਸ ਦੇ ਤਹਿਤ ਇਹ ਗੱਲ ਕਹੀ ਸੀ ਵੀ ਉਹਨਾਂ ਦਾ ਸੁਭਾਅ ਜਿਹੜਾ ਬੜਾ ਕਰੜਾ ਹੁੰਦਾ, ਮਤਲਬ ਦੂਜਿਆਂ ਨੂੰ ਤੰਗ ਕਰਨ ਵਾਲੇ ਹੁੰਦੇ, ਜ਼ੁਲਮੀ ਹੁੰਦੇ ਬੰਦੇ, ਜਿਹੜਿਆਂ ਦੀ ਡਿਲੀਵਰੀ ਬਰੀਚ ਹੁੰਦੀ ਹੈ, ਲੱਤਾਂ ਮੂਹਰੇ ਹੁੰਦੀਆਂ ਜਿਨ੍ਹਾਂ ਦੀਆਂ। ਟਾਈਮ ਵੀ ਬਹੁਤ ਲੱਗਦਾ ਹੈ, ਬਹੁਤੇ ਮਰ ਵੀ ਜਾਂਦੇ ਵਿੱਚ, ਔਰ ਅਤਿਆਚਾਰੀ ਵੀ ਬਣਦੇ ਆ ਬਾਅਦ 'ਚ ਆ ਕੇ। ਕਈਆਂ ਨੂੰ ਤਾਂ ਆਕਸੀਜਨ ਪੂਰੀ ਨਹੀਂ ਮਿਲਦੀ ਜਦ ਗਰਦਨ ਫਸੀ ਵੀ ਹੁੰਦੀ ਹੈ, ਉਹ ਫਿਰ ਮੰਦਬੁੱਧੀ ਵੀ ਪੈਦਾ ਹੋ ਜਾਂਦੇ, ਐਂ ਵੀ ਦੇਖਿਆ ਗਿਆ। ਚਲੋ ਇਹ ਤਾਂ ਹੁਣ ਮਹਾਰਾਜ ਜਾਣਦਾ ਬਾਕੀ ਸਭ ਬਾਤ ਨੂੰ, ਪਰ ਦਾਨੇ ਜਿਹੜੀ ਗੱਲ ਕਿਹਾ ਕਰਦੇ ਆ ਉਹਨਾਂ ਦਾ ਕੁਛ ਨਾ ਕੁਛ ਵਜਨ ਹੁੰਦਾ ਗੱਲ 'ਚ। ਕੁਛ ਬੰਦੇ ਦਾਸਰੇ ਦੀ ਨਿਗਾਹ ਵਿੱਚ ਵੀ ਐਸੇ ਹੈ ਜਿਨ੍ਹਾਂ ਨੂੰ ਡਿਲੀਵਰੀ ਕਰਾਈ ਸੀ ਅੱਜ ਤੋਂ 30 ਸਾਲ ਪਹਿਲਾਂ, 35 ਸਾਲ ਪਹਿਲਾਂ। ਉਹਨਾਂ ਦਾ ਸੁਭਾਅ ਦੇਖਿਆ, ਇਹ ਗੱਲ ਨੂੰ ਜੋੜ ਕੇ ਦੇਖਿਆ, ਵਾਕਈ ਗੱਲ ਪ੍ਰਤੀਤ ਹੁੰਦੀ ਹੈ। ਅਜਾ ਬਾਕੀ ਹੋਰ ਚੱਲ ਰਹੀ ਹੈ ਖੋਜ ਇਸ ਗੱਲ 'ਤੇ ਵੀ। ਉਹ ਜ਼ਰੂਰ ਇਸ ਤਰ੍ਹਾਂ ਦੇ ਸੁਭਾਅ ਦੇ ਹੁੰਦੇ ਆ, ਕਾਲਾਪਣ ਵੀ ਹੁੰਦਾ, ਲੜਾਈ ਝਗੜਾ ਵੀ ਕਰਦੇ ਆ, ਔਰ ਨਿਮਰਤਾ ਨਹੀਂ ਹੁੰਦੀ ਉਹਨਾਂ 'ਚ, ਜਿਹੜੇ ਇਸ ਤਰ੍ਹਾਂ ਦੇ ਪੁਰਸ਼ ਹੁੰਦੇ। ਨੋਰਮਲੀ ਜਿਹੜੇ 80-90% ਉਹ ਸਿਰ ਦੇ ਭਾਰ ਜੰਮਦੇ ਆ, ਉਹ ਉਹਨਾਂ 'ਚੋਂ ਵੀ ਅੱਜ ਤੱਕ ਕੁਛ ਹੋ ਸਕਦੇ ਜਿਹੜੇ ਅਤਿਆਚਾਰੀ ਹੋਣ, ਪਰ ਸਾਰੇ ਨਹੀਂ ਹੁੰਦੇ। ਔਰ ਸਾਧ ਸੰਗਤ ਜੀ, ਉਹ ਡਾਕਟਰ ਕੈਂਟ ਹੈ, ਇੱਕ ਹੋਮਿਓਪੈਥਿਕ ਫਿਜ਼ੀਸ਼ੀਅਨ ਹੋਇਆ, ਬਹੁਤ ਇੰਪੋਰਟੈਂਟ, ਉਹਨੇ ਬੁੱਕਸ ਵੀ ਲਿਖੀਆਂ। ਉਹਨੇ ਇੱਕ ਗੱਲ ਹੋਰ ਲਿਖੀ ਹੈ, ਉਹ ਕਹਿੰਦਾ ਹੈ ਵੀ ਜਿਹੜੇ ਬੈਸਟਰਡ ਬੇਬੀ ਹੁੰਦੇ, ਹਰਾਮ ਦੇ ਕਹਿੰਦੇ ਜਿਹਨੂੰ ਆਪਾਂ, ਵੀ ਉਹਨਾਂ ਦੀ ਗਿੱਚੀ ਦਬੀ ਹੋਈ ਹੁੰਦੀ ਹੈ। ਤੋ ਇਹ ਗੱਲ ਵੀ ਅਜੇ ਪੂਰੀ ਪ੍ਰਮਾਣਿਤ ਤਾਂ ਨਹੀਂ ਕਰੀ, ਪਰ ਉਹਨੇ ਲਿਖੀ ਹੈ, ਖੋਜ ਉਹਦੇ ਉੱਤੇ ਵੀ ਚੱਲ ਰਹੀ ਹੈ। ਇੱਕ ਗੱਲ ਉਹਨੇ ਹੋਰ ਲਿਖੀ ਹੈ, ਬਈ ਜਿਹੜੇ ਇਲੈਕਟ੍ਰੋ ਥਰਮਲ ਬਾਥ ਕਰਦੇ ਆ ਲੋਕ, ਯਾਨੀ ਹੀਟਰਾਂ ਵਗੈਰਾ ਨਾਲ, ਆ ਜਿਹੜੇ ਗੀਜ਼ਰ ਵਗੈਰਾ ਇਹਨਾਂ ਨਾਲ ਬਿਜਲੀ ਨਾਲ ਗਰਮ ਕਰਕੇ ਪਾਣੀ ਨਾਲ ਨਹਾਉਂਦੇ ਆ, ਉਹਨਾਂ ਨੂੰ TB ਡਿਵੈਲਪ ਹੁੰਦੀ ਹੈ।
ਇਹ ਉਹਦੀ ਆਪਣੀ ਖੋਜ ਹੋਣੀ ਹੈ, ਦਾਸਰੇ ਦੀ ਨੌਲੇਜ ਵਿੱਚ ਤਨੀ ਅਜੇ ਥਈ ਆਈ ਗੱਲ, ਪਰ ਉਹਨੇ ਲਿਖੀ ਹੋਈ ਹੈ ਆਪਣੇ ਲੈਕਚਰ ਦੇ ਵਿੱਚ ਇਹ ਗੱਲ। ਹਾਲਾਂਕਿ ਦੇਖੋ ਦਾਸਰਾ ਵੀ ਨਹਾਉਂਦਾ ਗਰਮ ਪਾਣੀ ਨਾਲ ਪਹਿਲਾਂ ਤੋਂ ਹੀ ਤਸੀਰ ਹੈ, ਕਦੇ ਇਹੀ ਜਿਹੀ ਗੱਲ ਹੋਈ ਤਾਂ ਹੈ ਨਹੀਂ ਹੈ। ਹੋ ਜਾਏਗੀ ਤਾਂ ਜ਼ਰੂਰ ਆਪ ਜੀ ਨਾਲ ਸਾਂਝੀ ਕਰੂੰਗਾ, ਪਰ ਅਜੇ ਥਾਈਂ ਤਾਂ ਕੋਈ ਗੱਲ 1% ਵੀ ਹੈ ਨਹੀਂ, ਉਹਨੇ ਜ਼ਰੂਰ ਲਿਖੀ ਹੈ ਇਹ ਗੱਲ। ਚਲੋ ਆਪਾਂ ਅੱਗੇ ਵਧੀਏ। ਸਾਧ ਸੰਗਤ ਜੀ, ਉਹ 25 ਮਿੰਟ ਹੋ ਗਏ, ਥੋੜ੍ਹਾ ਜਿਹਾ ਟਾਈਮ ਹੋਰ ਹੈ, ਆਪਾਂ ਉਹ ਵੀ ਵਿਚਾਰ ਕਰੀਏ। ਕੱਲ ਆਪਾਂ ਪੜ੍ਹਿਆ ਸੀ ਵੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ। ਇਹ ਵਿਚਾਰ ਸਤਿਗੁਰਾਂ ਨੇ ਦਿੱਤੀ ਹੈ, ਔਰ ਦੇਖੋ ਇਹ ਕਿੰਨਾ ਅਨਰਥ ਹੋ ਰਿਹਾ ਸਿੱਖ ਜਗਤ ਵਿੱਚ ਵੀ। ਸਤਿਗੁਰਾਂ ਦੀ ਰੀਸ ਵਿੱਚ ਕੱਚ ਪਿੱਚ ਹੋਰ ਵੀ ਬਹੁਤ ਲੋਕ ਬੋਲਦੇ ਆ, ਕੱਚੀਆਂ ਬਾਣੀਆਂ ਉਚਾਰਦੇ ਆ। ਸਤਿਗੁਰਾਂ ਦੇ ਸਮੇਂ ਦੇ ਵਿੱਚ ਹੀ ਗੁਰੂ ਘਰਾਂ ਵਿੱਚ ਵੀ ਇਹ ਅਨਰਥ ਹੁੰਦਾ ਰਿਹਾ। ਇਹ ਜਿਹੜੇ ਮਿਹਰਬਾਨ ਸੀਗਾ ਪ੍ਰਿਥੀ ਚੰਦ ਦਾ ਲੜਕਾ, ਉਹਦਾ ਅੱਗੇ ਲੜਕਾ ਸੀ ਹਰਜੀ, ਉਹ ਕੱਚੀ ਬਾਣੀ ਉਚਾਰ ਰਿਹਾ ਸੀ, ਨਾਨਕ ਦਾ ਹੇਠਾਂ ਮੋਹਰ ਵੀ ਲਾਉਂਦਾ ਸੀਗਾ। ਸ਼ੰਕਾ ਇਹ ਪੈਂਦੀ ਸੀ ਸੰਗਤਾਂ ਨੂੰ ਵੀ ਸ਼ਾਇਦ ਇਹ ਵੀ ਬਾਣੀ ਹੈ ਜਿਹਦੇ ਵਿੱਚ ਨਾਨਕ ਲਿਖਿਆ ਪਾਉਂਦਾ। 555 ਸ਼ਬਦ ਐਸੇ ਮਿਲਦੇ ਨੇ ਸਾਧ ਸੰਗਤ ਜੀ ਜਿਨ੍ਹਾਂ ਦੇ ਮਗਰ ਨਾਨਕ ਆਉਂਦਾ ਹੈ। ਉਹ ਕੱਚੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹ ਹੈ ਨਹੀਂ, ਉਹ ਮੀਣਿਆਂ ਦੀ ਬਾਣੀ। ਇਹ ਵੀ ਇੱਕ ਪ੍ਰਯੋਜਨ ਸੀਗਾ ਸਤਿਗੁਰਾਂ ਦਾ, ਪੰਜਵੇਂ ਪਾਤਸ਼ਾਹ ਦਾ, ਵੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਲਹਿਦਾ ਕਰਦੀ ਹੈ ਕੱਚੀ ਬਾਣੀ ਨਾਲ, ਕਿਉਂਕਿ ਉਹਨਾਂ ਦੇ ਸਰਵਣਾਂ ਵਿੱਚ ਇਹ ਗੱਲ ਪਈ ਸੀਗੀ। ਭਾਈ ਗੁਰਦਾਸ ਜੀ ਨੂੰ ਉਹਨਾਂ ਨੇ ਕਿਹਾ ਸੀ ਬਈ ਇਹ ਬਾਣੀ, ਤੋ ਭਾਈ ਗੁਰਦਾਸ ਜੀ ਕਹਿੰਦੇ ਇਹ ਮੀਣਿਆਂ ਦੀ ਬਾਣੀ ਹੈ। ਸਤਿਗੁਰੂ ਜੀ ਨੇ ਮੀਣਾ ਕਹਿਣ ਤੋਂ ਰੋਕਿਆ ਵੀ ਨਹੀਂ ਸਾਡੇ ਸੰਬੰਧੀ ਹੈ, ਪਰ ਭਾਈ ਗੁਰਦਾਸ ਜੀ ਕਹਿੰਦੇ ਮੇਰੇ ਵੀ ਤਾਂ ਭਾਣਜੇ ਲੱਗਦੇ। ਤਾਂ ਫਿਰ ਗੁਰੂ ਸਾਹਿਬ ਜੀ ਮੁਸਕਰਾ ਕੇ ਸਾਰ ਗਏ ਗੱਲ। ਤੋ ਕਹਿਣ ਤੋਂ ਮਤਲਬ ਹੈ ਵੀ ਗੁਰੂ ਜਿਹੜਾ ਹੁੰਦਾ ਉਹ ਕਦੇ ਕਿਸੇ ਨੂੰ ਵੈਸੇ ਨਹੀਂ ਬੁਰਾ ਦਿਖਾਉਂਦਾ ਦਿਲ ਉਹਦਾ, ਪਰ ਸੱਚ ਜ਼ਰੂਰ ਕਹਿੰਦਾ। ਹੁਣ ਦੇਖੋ ਇੱਕ ਤੁਕ ਆਉਂਦੀ ਹੈ, ਸਤਿਗੁਰ ਦਾਤੈ ਕਾਜ ਰਚਾਇਆ ਆਪਣੀ ਮਿਹਰ ਕਰਾਈ, ਦਾਸਾਂ ਕਾਰਜ ਆਪ ਸਵਾਰੇ ਇਹ ਉਸਦੀ ਵਡਿਆਈ। ਸਾਧ ਸੰਗਤ ਜੀ, ਉਹ ਇਹ ਅਕਸਰ ਕਾਰਡਾਂ ਦੇ ਉੱਪਰ ਵੀ ਲਿਖਿਆ ਹੋਇਆ ਮਿਲਦਾ, ਜਦੋਂ ਕਿਸੇ ਵਿਆਹ ਵਗੈਰਾ ਦੇ ਸ਼ਾਦੀਆਂ ਦੇ ਕਾਰਡ ਵੰਡੇ ਜਾਂਦੇ। ਇਹ ਗੁਰਬਾਣੀ ਦੀ ਤੁਕ ਨਹੀਂ ਹੈ। ਅਕਸਰ ਇਹ ਵੀ ਦੇਖਿਆ ਜਾਂਦਾ ਨਾਨਕ ਨੀਵਾਂ ਜੋ ਚੱਲੈ ਲੱਗੇ ਨਾ ਤੱਤੀ ਵਾਓ। ਨਾਨਕ ਵੀ ਆਉਂਦਾ ਹੈ, ਆਸ਼ਾ ਵੀ ਸਹੀ ਲੱਗਦਾ ਹੈ, ਪਰ ਇਹ ਗੁਰਬਾਣੀ ਦੀ ਤੁਕ ਨਹੀਂ ਹੈ। ਇੱਕ ਤੁਕ ਹੋਰ ਅਕਸਰ ਪੜ੍ਹੀ ਜਾਂਦੀ ਹੈ, ਅਸੀਂ ਆਪਣੇ ਸਿਆਣਿਆਂ ਦੇ ਮੂੰਹਾਂ ਤੋਂ ਵੀ ਸੁਣਿਆ, ਬਜ਼ੁਰਗਾਂ ਤੋਂ, ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਆਧਾਰ। ਆ ਜਿਹੜਾ ਸੋ ਸੁਖੀਆ ਜਿਸ ਨਾਮ ਆਧਾਰ ਹੈ, ਭਾਵੇਂ ਕਿ ਆਸ਼ਾ ਬਿਲਕੁਲ ਸਹੀ ਹੈ, ਪਰ ਇਹ ਗੁਰਬਾਣੀ ਦੀ ਤੁਕ ਨਹੀਂ ਹੈ। ਇਹ ਇਸ ਤਰ੍ਹਾਂ ਅਸਲ 'ਚ ਬਾਲੀ ਰੋਵੈ ਨਾਹੇ ਭਤਾਰ ਨਾਨਕ ਦੁਖੀਆ ਸਭ ਸੰਸਾਰ, ਇਸ ਤਰ੍ਹਾਂ ਜੇਕਰ ਆਉਂਦਾ। ਸੋ ਸੁਖੀਆ ਜਿਸ ਨਾਮ ਆਧਾਰ ਹੈ, ਇਹ ਨਹੀਂ ਹੈ ਗੁਰਬਾਣੀ 'ਚ। ਹਾਲਾਂਕਿ ਸਾਰੀ ਗੁਰਬਾਣੀ ਦਾ ਆਸ਼ਾ ਇਹੀ ਹੈ ਵੀ ਨਾਮ ਨਾਲ ਹੀ ਸੁੱਖ ਪ੍ਰਾਪਤੀ ਹੁੰਦੀ ਹੈ, ਪਰ ਉਹ ਗੁਰਬਾਣੀ ਨਹੀਂ, ਉਹ ਕੱਚੀ ਬਾਣੀ। ਇਸੇ ਤਰ੍ਹਾਂ ਇੱਕ ਤੁਕ ਆਉਂਦੀ ਹੈ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਇਹ ਵੀ ਸਾਧ ਸੰਗਤ ਜੀ ਉਹ ਗੁਰਬਾਣੀ ਦੀ ਤੁਕ ਨਹੀਂ ਹੈ। ਭਾਵੇਂ ਕਿ ਨਾਮ ਦੇ ਨਾਲ ਖੁਮਾਰੀ ਰਹਿੰਦੀ ਹੈ 24 ਘੰਟੇ, ਇਹਦੇ 'ਚ ਕੋਈ ਡਾਊਟ ਵੀ ਨਹੀਂ ਹੈ। ਜਦੋਂ ਬਾਬਰ ਨੇ ਕਿਹਾ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਆ ਜਾਓ ਸਾਡੇ ਨਾਲ ਪਿਆਲਾ ਸਾਂਝਾ ਕਰ ਲਓ, ਤਾਂ ਗੁਰੂ ਬਾਬਿਆਂ ਨੇ ਇਹੀ ਕਿਹਾ ਸੀ ਵੀ ਇਹ ਨਸ਼ਾ ਤਾਂ ਸਵੇਰ ਥਾਈਂ ਤੇਰਾ ਉਤਰ ਜਾਣਾ, ਸਾਨੂੰ ਤਾਂ 24 ਘੰਟੇ ਨਸ਼ਾ ਰਹਿੰਦਾ ਨਾਮ ਦਾ, ਅਸੀਂ ਨਹੀਂ ਇਹ ਸ਼ਰਾਬ ਸ਼ਰੂਬ ਪੀਂਦੇ ਜਿਹੜੀ ਤੂੰ ਪੀਂਦਾ। ਇਸੇ ਤਰ੍ਹਾਂ ਇੱਕ ਤੁਕ ਆਉਂਦੀ ਹੈ ਸਾਧ ਸੰਗਤ ਜੀ, ਉਹ ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਇਹ ਵੀ ਜਨਮ ਸਾਖੀਆਂ ਦੇ ਵਿੱਚ ਹੈ, ਕੱਚੀ ਬਾਣੀ ਹੈ, ਵੀ ਜਿਹੜਾ ਵੀ ਕੋਈ ਬੁਰਾ ਕੰਮ ਕਰਦਾ ਕਦੇ ਨਾ ਕਦੇ ਉਹਦਾ ਮੰਦਾ ਹੋ ਜਾਂਦਾ। ਭਾਵੇਂ ਆਸ਼ਾ ਤਾਂ ਠੀਕ ਹੈ, ਪਰ ਇਹ ਗੁਰਬਾਣੀ ਦੀ ਤੁਕ ਨਹੀਂ ਹੈ। ਚੜੀਆਂ ਹੋਈਆਂ ਇਹ ਸਿੱਖਾਂ ਦੇ ਮੂੰਹਾਂ ਦੇ ਉੱਤੇ ਵੀ ਇਹ ਤੁਕਾਂ ਅਕਸਰ ਬੋਲਦੇ ਨੇ ਲੋਕ। ਕਬੀਰ ਜੀ ਦੇ ਨਾਂ ਹੇਠ ਕਿੰਨੀਓ ਕੱਚੀ ਬਾਣੀ ਹੋਰ ਹੈ ਬਾਹਰ। ਕਬੀਰ ਤੇਰੀ ਝੌਂਪੜੀ ਗਲ ਕਟਿਅਨ ਕੇ ਪਾਸ, ਕਰਨਗੇ ਸੋ ਭਰਨਗੇ ਤੂੰ ਕਿਉਂ ਭਇਓ ਉਦਾਸ। ਕਬੀਰ ਦਾ ਨਾਂ ਵੀ ਵਿਚਾਰਿਆ, ਲੱਗਦਾ ਇਹ ਹੈ ਵੀ ਸ਼ਾਇਦ ਕਬੀਰ ਜੀ ਨੇ ਉਚਾਰੀ ਹੋ, ਬਾਹਰ ਹੈ ਕਿਸੇ ਹੋਰ ਨੇ ਉਚਾਰ ਕੇ ਕਬੀਰ ਜੀ ਦਾ ਨਾਂ ਲਗਾਤਾ ਹੋਵੇ, ਇਹ ਵੀ ਪੋਸੀਬਲ ਹੈ। ਪਰ ਆਪਾਂ ਤਾਂ ਉਸੇ ਨੂੰ ਮੰਨਣਾ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹਦੇ ਉੱਤੇ ਮੋਹਰ ਲੱਗੀ ਹੋਈ ਹੈ, ਉਹਦੇ ਵਿੱਚ ਇਹ ਤੁਕ ਹੈ ਨਹੀਂ ਸਾਧ ਸੰਗਤ ਜੀ ਗੁਰਬਾਣੀ 'ਚ। ਗੁਰਬਾਣੀ ਦਾ ਆਸ਼ਾ ਨੂੰ ਵੀ ਇਹ ਤੁਕ ਗਲਤ ਕਰ ਰਹੀ ਹੈ ਵੀ ਤੈਨੂੰ ਕਿਹਾ ਜੋ ਕਰੂਗਾ ਭਰੂਗਾ। ਨਹੀਂ, ਐਸਾ ਨਹੀਂ ਹੈ। ਸਾਨੂੰ ਸ੍ਰੀ ਸਾਹਿਬ ਪਵਾਇਆ ਹੀ ਇਸੇ ਕਰਕੇ ਵੀ ਜੇ ਜ਼ੁਲਮ ਹੁੰਦਾ ਤਾਂ ਉੱਥੇ ਖੜ੍ਹ ਜਾਓ ਸ੍ਰੀ ਸਾਹਿਬ ਲੈ ਕੇ, ਆਪਣੀ ਰਾਖੀ ਖੁਦ ਵੀ ਕਰੋ ਜੇ ਕੋਈ ਨਹੀਂ ਹਟਦਾ ਤਾਂ।
ਇਹ ਨਹੀਂ ਹੈ ਵੀ ਜੇ ਦੂਜੇ ਕਰਦੇ ਆ ਤਾਂ ਤੁਸੀਂ ਦੇਖੀ ਚਲੋ, ਉਹਨਾਂ ਜ਼ੁਲਮ ਨੂੰ ਦੇਖੀ ਚਲੋ। ਜ਼ੁਲਮ ਕਰਨਾ ਤੇ ਜ਼ੁਲਮ ਸਹਿਣਾ ਦੋਨੋਂ ਹੀ ਬਹੁਤ ਬੁਰੀਆਂ ਚੀਜ਼ਾਂ ਨੇ ਗੁਰਮਤਿ ਵਿੱਚ। ਇੱਕ ਹੋਰ ਤੁਕ ਆਉਂਦੀ ਹੈ, ਕਬੀਰਾ ਜਬ ਹਮ ਆਏ ਜਗਤ ਮੈਂ, ਜਗ ਹਸੇ ਹਮ ਰੋਏ, ਐਸੀ ਕਰਨੀ ਕਰ ਚੱਲੇ ਹਮ ਹਸੇ ਜਗ ਰੋਏ। ਇਹ ਵੀ ਗੁਰਬਾਣੀ ਦੀ ਤੁਕ ਨਹੀਂ ਹੈ, ਅਕਸਰ ਲਿਖੀ ਜਾਂਦੀ ਹੈ। ਇੱਕ ਹੋਰ ਕਿਸੇ ਖਾਸ ਡੇਰੇ ਦੇ ਵਿੱਚ ਇੱਕ ਤੁਕ ਆਉਂਦੀ ਹੈ, ਕਬੀਰ ਗੁਰ ਗੋਬਿੰਦ ਦੋਨੋਂ ਖੜੇ ਕਾਂ ਕੈ ਲਾਗੋਂ ਪਾਏ, ਹੋਂ ਬਲਿਹਾਰੀ ਗੁਰ ਆਪਨੇ ਜੋ ਜਿਨ ਗੋਬਿੰਦ ਦਿਓ ਮਿਲਾਏ। ਵੀ ਜੇ ਕਿਤੇ ਰੱਬ ਔਰ ਗੁਰੂ ਦੋਹੇ ਖੜੇ ਹੋਵੇਂ, ਇਹ ਤੁਕ ਤੋਂ ਇਹ ਕਹਾਇਆ ਗਿਆ ਵੀ ਅਸੀਂ ਤਾਂ ਆਪਣੇ ਗੁਰੂ ਦੇ ਪੈਰਾਂ ਨੂੰ ਪੈਣਾ ਜਿਹਨੇ ਗੋਬਿੰਦ ਨੂੰ ਮਿਲਾਉਣਾ, ਗੁਰੂ ਭਾਵੇਂ ਖੜਾ ਰਹੇ। ਇਹ ਗੁਰਮਤਿ ਦਾ ਆਸ਼ਾ ਨਹੀਂ ਹੈ ਸਾਧ ਸੰਗਤ ਜੀ, ਉਹ ਗੁਰਮਤਿ ਦੀਆਂ ਜੜ੍ਹਾਂ ਕੱਟਣ ਵਾਲੀ ਤੁਕ ਹੈ। ਜੇ ਕਿਤੇ ਐਸੀ ਇਕੁਏਸ਼ਨ ਬਣ ਜੇ ਜ਼ਿੰਦਗੀ 'ਚ ਗੁਰੂ ਤੇ ਪਰਮਾਤਮਾ ਖੜੇ ਹੋਵੇਂ, ਤਾਂ ਐਕਣ ਨਹੀਂ ਹੈ, ਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਝੁਕਿਆ ਵਾ ਹੋਊਗਾ, ਤੇ ਜਿਹੜਾ ਸਿੱਖ ਹੈ ਉਹ ਵੀ ਉੱਧਰ ਪਰਮਾਤਮਾ ਵੱਲ ਝੁਕਿਆ ਵਾ ਹੋਊਗਾ। ਸਾਰੀ ਗੁਰਬਾਣੀ ਵਿੱਚ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਦਾ ਉਚਾਰਨ ਹੈ, ਉਹਨੂੰ ਬੜਾ ਕਰਿਆ ਗਿਆ। ਇਹ ਨਹੀਂ ਹੋ ਸਕਦਾ ਵੀ ਉਹ ਉੱਥੇ ਖੜੇ ਤੇ ਆਪਣੇ ਉਹਦੇ ਪੈਰਾਂ ਨੂੰ ਹੱਥ ਲਾਏ ਜਾਵੇਂ, ਰੱਬ ਕੋਲ ਖੜਾ ਰਹੇ। ਜੇ ਮੁੱਖ ਮੰਤਰੀ ਦੇ ਹੁੰਦੇ ਜਾਂ ਪ੍ਰਧਾਨ ਮੰਤਰੀ ਦੇ ਹੁੰਦੇ, ਕਿਸੇ ਹੋਰ MLA ਜਾਂ ਵਜ਼ੀਰ ਦਾ ਸਤਿਕਾਰ ਕਰੇ ਬੰਦਾ, ਉਹ ਖੜਾ ਰਹੇ, ਤਾਂ ਇਹ ਗੱਲ ਵੈਸੇ ਹੀ ਨਹੀਂ ਜੱਚਦੀ ਹੈ ਦੁਨੀਆਦਾਰੀ ਦੇ ਤੌਰ 'ਤੇ। ਇੱਕ ਹੋਰ ਤੁਕ ਹੈ ਕਬੀਰ ਦੇ ਮੂੰਹ ਵਿੱਚ ਪਾਈ ਗਈ ਹੈ, ਕਬੀਰ ਜੀ ਦੇ, ਹਰ ਸੁਮਰੇ ਸੋ ਪਾਰ ਹੈ, ਹਰ ਸਿਮਰੇ ਸੋ ਪਾਰ ਹੈ, ਗੁਰ ਸਿਮਰੇ ਹਰ ਸੁਮਰੇ ਸੋ ਬਾਰ ਹੈ, ਗੁਰ ਸਿਮਰੇ ਸੋ ਪਾਰ। ਜਿਹੜਾ ਹਰੀ ਨੂੰ ਸਿਮਰਦਾ ਉਹ ਉਰਲੇ ਪਾਸੇ ਆ, ਜਿਹੜਾ ਗੁਰੂ ਨੂੰ ਸਿਮਰਦਾ ਉਹ ਪਰੇ ਲੰਘ ਜਾਂਦਾ, ਕੰਢਾ ਟੱਪ ਜਾਂਦਾ, ਦੂਜੇ ਕੰਢੇ ਪਹੁੰਚ ਜਾਂਦਾ। ਇਹ ਦੇਖੋ, ਇਹ ਵੀ ਕਿੰਨੀ ਹਾਸੋਹੀਣੀ ਗੱਲ ਹੈ। ਆਪਣੇ ਸਰੀਰ ਨੂੰ ਬੜਾ ਕਰਨ ਖਾਤਰ, ਆਪਣੇ ਗੁਰੂ ਨੂੰ ਬੜਾ ਕਰਨ ਖਾਤਰ ਇਹ ਤੁਕਾਂ ਉਚਾਰੀਆਂ ਜਾਂਦੀਆਂ। ਇਹ ਵੈਸਟਡ ਇੰਟਰਸਟ ਹੈ ਉਹਨਾਂ ਦਾ। ਪਰਮਾਤਮਾ ਨੂੰ ਨਹੀਂ ਕਿਸੇ ਵੀ ਕੀਮਤ ਤੇ ਛੱਡਿਆ ਜਾ ਸਕਦਾ ਗੁਰੂ ਦੀ, ਤੇ ਭਾਵੇਂ ਕਿ ਗੁਰੂ ਦੀ ਵਡਿਆਈ ਵੀ ਬਹੁਤ ਹੈ। ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਪਰ ਪਰਮਾਤਮਾ ਦੀ ਕੌਸ ਤੇ ਨਹੀਂ ਗੁਰੂ ਨੂੰ ਬੜਾ ਕਰਿਆ ਜਾ ਸਕਦਾ। ਗੁਰੂ ਤਾਂ ਖੁਦ ਪਰਮਾਤਮਾ ਨੂੰ ਬੜਾ ਕਰਦਾ। ਤੋ ਸਾਧ ਸੰਗਤ ਜੀ, ਉਹ ਸਭ ਨਾਦ ਵੇਦ ਗੁਰਬਾਣੀ, ਮਨ ਰਾਤਾ ਸੰਗ ਪਾਣੀ। ਇੱਕ ਵਾਰ ਦਾਸ ਰੇ ਨੇ ਕਥਾ ਕਰੀ ਸੀ ਕਿਸੇ ਪਿੰਡ 'ਚ, ਰੌਲੂ ਮਾਜਰਾ ਸੀ ਸ਼ਾਇਦ, ਉੱਥੇ ਬਾਤ ਆ ਗਈ ਸੰਗਤ ਵਿੱਚ ਵੀ ਜੇ ਗੁਰੂ ਨਾਨਕ ਪਾਤਸ਼ਾਹ ਵੀ ਚੱਲ ਕੇ ਆ ਜਾਏ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ, ਜਿੱਥੇ ਸੰਗਤ ਜੁੜੀ ਹੋਵੇ, ਤਾਂ ਸੰਗਤ ਕਦੇ ਖੜਾ ਨਹੀਂ ਹੋਊਗੀ। ਇਹ ਗੁਰਮਤਿ ਦਾ ਸਿਧਾਂਤ ਹੈ। ਹਾਲਾਂਕਿ ਗੁਰੂ ਨਾਨਕ ਸਾਹਿਬ ਕਿੰਨੇ ਉੱਚੇ ਹੈ ਸਿੱਖਾਂ ਦੀ ਨਿਗਾਹ 'ਚ, ਪਰ ਇਹ ਉਹਨਾਂ ਨੇ ਗੱਲ ਸਿਖਾਈ ਹੋਈ ਹੈ। ਜਦੋਂ ਗੁਰੂ ਨਾਨਕ ਸਾਹਿਬ ਐਂਟਰ ਕਰਨਗੇ ਸੰਗਤ ਵਿੱਚ, ਤਾਂ ਉਹ ਆਪ ਫਤਿਹ ਬੁਲਾਉਣਗੇ ਸੰਗਤ ਨੂੰ, ਸੰਗਤ ਨੂੰ ਬੜਾ ਕਰਿਆ ਹੋਇਆ ਉਹਨਾਂ ਨੇ। ਉਸ ਤੋਂ ਬਾਅਦ ਸਮੇਂ ਤੋਂ ਬਾਅਦ ਇੱਕ ਉੱਥੇ ਕੋਈ, ਜਿਹਨੂੰ ਆਪਾਂ ਬਾਬਾ ਕਹਿੰਦੇ, ਉਹ ਲੱਗ ਗਿਆ। ਉਹਨੇ ਇਸ ਗੱਲ ਨੂੰ ਕੱਢ ਦਿੱਤਾ, ਕਹਿੰਦਾ ਜੀ ਨਹੀਂ, ਸਾਨੂੰ ਤਾਂ ਫਲਾਣੇ ਮਹਾਂਪੁਰਸ਼ਾਂ ਤੋਂ ਗਿਆਨ ਮਿਲਿਆ, ਜੇ ਉਹ ਆ ਜਾਵੇ ਮੈਂ ਤਾਂ ਇੱਥੇ ਸੰਗਤ ਵਿੱਚ ਉਹਨਾਂ ਦੇ ਪੈਰੀਂ ਹੱਥ ਵੀ ਲਾਊਂਗਾ। ਇਹ ਬਾਤ ਵੀ ਕਹੀ ਉਹਨੇ। ਬਸ ਫਿਰ ਸਿਰ ਸ਼ਰਮ ਨਾਲ ਨੀਵਾਂ ਹੋ ਗਿਆ ਦਾਤ ਦਾ। ਕਿਆ ਕਹਿ ਸਕਦਾ ਸੀ, ਜੇ ਕੋਈ ਬਹੁਤਾ ਝਗੜਾ ਕਰਦੇ ਤਾਂ ਸੰਗਤ ਵਿੱਚ ਕਰਨਾ ਠੀਕ ਨਹੀਂ ਹੁੰਦਾ। ਸੋਚ ਹੈ ਆਪਣੀ ਆਪਣੀ। ਉਹ ਸਰੀਰਕ ਗੁਰੂਆਂ ਨੂੰ ਇਹ ਬਹੁਤ ਬੜਾ ਕਰੀ ਜਾਂਦੇ, ਰੱਬ ਤੋਂ ਉੱਚਾ, ਗੁਰਬਾਣੀ ਤੋਂ ਵੀ ਬੜਾ ਕਰੀ ਜਾਂਦੇ। ਜਿਹੜੇ ਡੇਰੇਦਾਰ ਨੇ, ਇਹਨਾਂ ਦਾ ਆਪਣਾ ਇੰਟਰਸਟ ਹੈ ਉਸ ਗੱਲ 'ਚ ਵੀ ਸਾਡੇ ਹੁਣ ਅਸੀਂ ਉਹਨਾਂ ਨੂੰ ਕਰੀਏ, ਬਾਅਦ 'ਚ ਫਿਰ ਸਾਡੇ ਲੋਕ ਪੈਰੀਂ ਹੱਥ ਲਾਉਣ। ਸੋ ਇਹ ਚੱਲਦਾ ਹੈ ਪੰਜਾਬ ਵਿੱਚ, ਬਹੁਤ ਕੁਛ ਐਸਾ ਹੋ ਰਿਹਾ। ਇੱਕ ਹੋਰ ਤੁਕ ਹੈ ਸਾਧ ਸੰਗਤ ਜੀਓ, ਹਰ ਰੂਠੇ ਕੁਛ ਡਰ ਨਹੀਂ ਤੂੰ ਵੀ ਦੇ ਛੁਟਕਾਏ। ਵੀ ਜੇ ਰੱਬ ਰੁੱਠਦਾ ਕੋਈ ਗੱਲ ਨਹੀਂ, ਤੂੰ ਵੀ ਛੱਡ ਦੇ। ਗੁਰ ਕੋ ਰਾਖੋ ਸੀਸ ਪਰ ਸਭ ਵਿਦ ਕਰੈ ਸਹਾਏ। ਗੁਰੂ ਨੂੰ ਸੀਸ ਪਰ ਰੱਖੋ, ਸਭ ਵਿਧੀਆਂ ਰਾਹੀਂ ਉਹਨੇ ਸਹਾਇਤਾ ਕਰਨੀ ਹੈ। ਰੱਬ ਰੁੱਠਦਾ ਹੈ ਤਾਂ ਪਿਆ ਰੁੱਠ ਜਾ। ਦੇਖੋ ਕਿੰਨਾ ਅਨਰਥ ਹੈ। ਐਸਾ ਬਿਲਕੁਲ ਨਹੀਂ ਹੈ ਗੁਰਮਤਿ ਵਿੱਚ। ਪਰਮਾਤਮਾ ਨੂੰ ਕਿਸੇ ਕੀਮਤ ਪਰ ਵੀ ਨਹੀਂ ਛੱਡਿਆ ਜਾ ਸਕਦਾ। ਉਹ ਸਰਵੋਪਰੀ ਹੈ, ਉਹ ਸੁਪਰੀਮ ਹੈ। ਗੁਰੂ ਭਾਵੇਂ ਉਹਦੇ ਬਰਾਬਰ ਹੈ, ਉਹਦੇ ਵਰਗਾ ਹੈ, ਪਰ ਗੁਰੂ ਨੇ ਤਾਂ ਖੁਦ ਉਹਨੂੰ ਬੜਾ ਕਰਿਆ ਹੋਇਆ। ਤਾਂ ਫਿਰ ਸਾਡੀ ਖਾਮ ਖਿਆਲੀ ਹੈ ਜੇ ਅਸੀਂ ਗੁਰੂ ਨੂੰ ਬੜਾ ਕਰੀਏ ਤੇ ਰੱਬ ਨੂੰ ਛੋਟਾ ਕਰ ਦਈਏ। ਐਸਾ ਨਹੀਂ ਹੈ। ਪਾਉਣਾ ਤਾਂ ਗੁਰੂ ਨੇ ਵੀ ਪਰਮਾਤਮਾ ਨੂੰ ਪਾਇਆ ਵਾ ਹੁੰਦਾ। ਸਾਨੂੰ ਵੀ ਹੁਕਮ ਇਹੀ ਹੈ ਵੀ ਤੁਸੀਂ ਪਰਮਾਤਮਾ ਨੂੰ ਪਾਓ ਭਾਈ। ਤੇ ਪਰਮਾਤਮਾ ਨੂੰ ਛੋਟਾ ਕਰਿਆ ਜਾਣਾ ਸੋਚਿਆ ਵੀ ਨਹੀਂ ਜਾ ਸਕਦਾ। ਇੱਕ ਬਾਬਾ ਰਵਿਦਾਸ ਜੀ ਦੇ ਨਾਂ ਨਾਲ ਤੁਕ ਜੋੜੀ ਹੋਈ ਹੈ, ਐਸਾ ਚਾਹੂੰ ਰਾਜ ਮੈਂ ਮਿਲੇ ਸਭਨ ਕੋ ਅੰਨ, ਛੋਟੇ ਬੜੇ ਸਭ ਸਮ ਬਸੇ ਰਵਿਦਾਸ ਰਹਿ ਸੁ ਪ੍ਰਸੰਨ। ਇਹ ਗੁਰਬਾਣੀ ਦੀ ਤੁਕ ਨਹੀਂ ਹੈ। ਅਕਸਰ ਇਹ ਬੋਲੀ ਜਾਂਦੀ ਹੈ, ਅਖਬਾਰਾਂ 'ਚ ਵੀ ਲਿਖੀ ਜਾਂਦੀ ਹੈ, ਦਾਸਰਾ ਦੇਖਦਾ ਰਹਿੰਦਾ।
ਇੱਕ ਬਾਬੇ ਫਰੀਦ ਦੇ ਨਾਂ ਹੇਠ ਵੀ ਤੁਕ ਹੈ, ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ, ਜੱਗ ਸੁੱਤਾ ਤੂੰ ਜਾਗਦਾ ਤੇਰੀ ਡਾਢੇ ਨਾਲ ਪ੍ਰੀਤ। ਇਹ ਗੁਰਬਾਣੀ ਦੀ ਤੁਕ ਨਹੀਂ ਹੈ ਸਾਧ ਸੰਗਤ। ਨਾਂ ਵੀ ਬਾਬਾ ਫਰੀਦ ਜੀ ਦਾ ਆ ਰਿਹਾ, ਦੇਖਣ ਨੂੰ ਵੀ ਲੱਗਦਾ ਉੱਪਰੋਂ ਉੱਪਰੋਂ ਵੀ ਸ਼ਾਇਦ ਗੁਰਬਾਣੀ ਦੀ ਤੁਕ ਹੋਊਗੀ, ਹੈ ਨਹੀਂ ਹੈ ਪਰ ਗੁਰਬਾਣੀ। ਇੱਕ ਹੋਰ ਤੁਕ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਗੁਰਬਾਣੀ ਵੀ ਤਾਂ ਨਹੀਂ ਹੈ ਤੁਕ, ਪਰ ਇਸ ਨੂੰ ਸੰਗਤ ਨੇ, ਖਾਲਸੇ ਨੇ ਗੁਰੂ ਦੇ ਰੂਪ ਵਿੱਚ ਸਵੀਕਾਰ ਕਰਿਆ ਹੋਇਆ ਹੈ। ਅਰਦਾਸ ਤੋਂ ਬਾਅਦ ਆਪਾਂ ਇਹਨੂੰ ਪੜ੍ਹਦੇ ਹਾਂ। ਤੋ ਜਦੋਂ ਖਾਲਸਾ ਗੁਰੂ ਦੇ ਰੂਪ 'ਚ ਕੋਈ ਬਾਤ ਕਰਦਾ ਹੈ ਤਾਂ ਉਹ ਗੁਰੂ ਦਾ ਹੀ ਹੁਕਮ ਹੁੰਦਾ, ਇਸ ਕਰਕੇ ਇਹਨੂੰ ਆਪਾਂ ਪੜ੍ਹਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹਾਲਾਂਕਿ ਗ੍ਰੰਥ ਸਾਹਿਬ ਜੀ ਵਿੱਚ ਇਹ ਹੈ ਨਹੀਂ। ਇੱਕ ਅਕਸਰ ਤੁਕ ਹੋਰ ਬੋਲੀ ਜਾਂਦੀ ਹੈ, ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ। ਨੱਚਣ ਕੁੱਦਣ ਨੂੰ ਹੱਸਣ ਕੁੱਦਣ ਵੀ ਕਿਹਾ ਜਾਂਦਾ ਹੈ, ਕਿਉਂਕਿ ਗੁਰਬਾਣੀ ਤਾਂ ਕਦੇ ਪੜ੍ਹੀ ਨਹੀਂ ਹੁੰਦੀ, ਸੁਣ ਸੁਣਾ ਕੇ ਲੋਕ ਬੋਲਦੇ, ਸੁਣਨੇ 'ਚ ਫਰਕ ਪੈ ਜਾਂਦਾ। ਸ਼ਬਦ ਹੈ ਨੱਚਣ ਕੁੱਦਣ, ਔਰ ਇਹਨੂੰ ਜਿਹੜੀ ਲਗਾਇਆ ਜਾਂਦਾ ਉਹ ਵੀ ਬਿਲਕੁਲ ਉਲਟ ਅਰਥਾਂ ਵਿੱਚ ਹੈ। ਦਾਸਰੇ ਨੇ ਪੜ੍ਹੀ ਸੀ ਇੱਕ ਪੋਥੀ, ਸ਼ਾਇਦ 7ਵੀਂ 8ਵੀਂ ਕਲਾਸ ਦੀ, ਗੌਰਮੈਂਟ ਦੀ। ਉਹਦੇ 'ਚ ਲਿਖਿਆ ਹੋਇਆ ਸੀ ਵੀ ਦੇਖੋ ਗੁਰਬਾਣੀ ਵੀ ਇਹ ਗੱਲ ਕਹਿੰਦੀ ਵੀ ਨੱਚਣਾ ਕੁੱਦਣਾ ਜਿਹੜਾ ਇਹ ਚੰਗੀ ਗੱਲ ਹੈ। ਇਹਦੀ ਸਰੀਰਕ ਸਿੱਖਿਆ ਦੀ ਕਿਤਾਬ ਸੀਗੀ, ਬਿਲਕੁਲ ਗੁਰਬਾਣੀ ਦਾ ਅਨਰਥ ਕਰਨ ਵਾਲੀ ਗੱਲ। ਇਹਦਾ ਭਾਵ ਇਹ ਹੈ ਵੀ ਨੱਚਣਾ ਕੁੱਦਣਾ ਤਾਂ ਮਨ ਦਾ ਚਾਅ ਹੈ ਭਾਈ। ਜਿਨ੍ਹਾਂ ਦੇ ਮਨ 'ਚ ਰੱਬ ਦਾ ਪ੍ਰੇਮ ਹੈ, ਉਹਨਾਂ ਨੂੰ, ਜਿਨ੍ਹਾਂ ਦੇ ਮਨ 'ਚ ਰੱਬ ਦਾ ਡਰ ਹੈ, ਉਹਨਾਂ ਨੂੰ ਇਹ ਰੱਬ ਦਾ ਪ੍ਰੇਮ ਪੈਦਾ ਹੁੰਦਾ। ਨੱਚਣਾ ਕੁੱਦਣਾ ਨਹੀਂ, ਇਹ ਤਾਂ ਮਨ ਦੀਆਂ ਅਟਖੇਲੀਆਂ, ਰਾਸਾਂ ਪਾਉਣੀਆਂ ਦੇਵੀ ਦੇਵਤਿਆਂ ਦੇ ਨਾਂ ਦੇ ਉੱਤੇ। ਓਡ ਓਡ ਰਾਵਾ ਝਾਟੈ ਪਾਏ, ਵੇਖੈ ਲੋਕ ਹੱਸੈ ਘਰ ਜਾਏ। ਇਹ ਠੀਕ ਨਹੀਂ ਹੈ, ਨਾ ਇਹ ਪ੍ਰਵਾਨ ਹੈ ਇਸ ਤਰ੍ਹਾਂ ਨੱਚਣਾ ਟੱਪਣਾ। ਨੱਚਿਆ ਟੱਪਿਆ ਭਗਤੀ ਨਾ ਹੋਏ, ਸ਼ਬਦ ਮਰੈ ਬੂਝੈ ਜਨ ਸੋਏ। ਮਨ ਜਦ ਸ਼ਬਦ ਨਾਲ ਮਰਦਾ ਹੈ ਉਹ ਜਨ ਬੁੱਝਦਾ ਹੈ, ਨਾ ਕਿ ਨੱਚਿਆ ਟੱਪਿਆਂ ਨਾਲ ਭਗਤੀ ਹੁੰਦੀ। ਸੋ ਇਹ ਦੁਨੀਆ ਹੈ। ਬਾਬਾ ਬੁੱਲੇ ਸ਼ਾਹ ਦਾ ਵੀ ਇਸ ਤਰ੍ਹਾਂ ਬਹੁਤ ਵਾਰ ਜ਼ਿਕਰ ਕਰ ਕਰਕੇ ਲੋਕ ਗਾਇਕ ਗਾਉਂਦੇ ਆ ਨੱਚ ਨੱਚ ਕੇ, ਵੀ ਸ਼ਾਇਦ ਨੱਚਣਾ ਟੱਪਣਾ ਹੀ ਭਗਤੀ ਹੈ। ਨਹੀਂ ਸਾਧ ਸੰਗਤ ਜੀ, ਉਹ ਜਦੋਂ ਮਨ 'ਚ ਬਲਬਲਾ ਹੁੰਦਾ ਨੱਚਣਾ ਟੱਪਣਾ ਹੋ ਸਕਦਾ ਆ ਜਾਂਦਾ ਹੈ। ਇੱਕ ਭਾਈ ਨੱਚਣੇ ਨਾਂ ਦਾ ਗੁਰਸਿੱਖ ਵੀ ਰਹਿੰਦਾ ਸੀ ਗੁਰੂ ਸਾਹਿਬ ਦੇ ਦਰਬਾਰ 'ਚ। ਵਜਦ ਵਿੱਚ ਬੰਦਾ ਨੱਚ ਵੀ ਸਕਦਾ, ਕੋਈ ਇਹਦੇ 'ਚ ਕੋਈ ਉਹ ਨਹੀਂ ਹੈ, ਪਰ ਉਹ ਇੱਕ ਦੇ ਰੰਗ 'ਚ ਨੱਚੇ, ਨਾ ਕਿ ਦੂਜਿਆਂ ਦੇ ਰੰਗ 'ਚ। ਹਾਵ ਭਾਵ ਵੀ ਐਸੇ ਕਰੇ ਕਾਮਾਦਿਕ ਵੀ ਸੰਗਤ ਵੀ ਉਹਦੇ ਨਾਲ ਵਿਚਲਿਤ ਹੋਵੇ, ਉਹ ਨੱਚਣਾ ਕੁੱਦਣਾ ਪ੍ਰਵਾਨ ਨਹੀਂ ਹੈ। ਵੈਸੇ ਤਾਂ ਸੰਜੀਦਾ ਭਗਤੀ ਹੈ ਗੁਰਮਤਿ ਵਿੱਚ, ਨੱਚਣ ਟੱਪਣ ਦਾ ਮਤਲਬ ਹੀ ਨਹੀਂ ਕੋਈ ਹੈ। ਪਰ ਅਗਰ ਚਲੋ ਹੁੰਦਾ ਵੀ ਹੈ ਤਾਂ ਉਹ ਏਕੇ ਦੇ ਨਿਮਿੱਤ ਹੋਣਾ ਚਾਹੀਦਾ, ਨਾ ਕਿ ਦੂਜੇ ਪਹੁੰਚ। ਇਹ ਜਿਹੜਾ ਕੁਝ ਹੋ ਰਿਹਾ ਸੰਸਾਰ ਦੇ ਵਿੱਚ, ਬਾਬਾ ਬੁੱਲੇ ਸ਼ਾਹ ਹਾਲਾਂਕਿ ਬਹੁਤ ਉੱਚੀ ਹਸਤੀ ਹੈ, ਨਾਮ ਨਾਲ ਜੁੜੇ ਹੋਏ ਹੈ, ਆਪਣੇ ਰੰਗ 'ਚ ਰਹਿੰਦੇ ਸੀ ਉਹ, ਪਰ ਉਹ ਇੱਕ ਦੇ ਰੰਗ 'ਚ ਰੰਗੇ ਹੋਏ ਸੀਗੇ, ਨਾ ਕਿ ਦੁਨੀਆਦਾਰੀ ਦੀ ਤਰ੍ਹਾਂ। ਨੱਚਣਾ ਟੱਪਣਾ ਹਾਵ ਭਾਵ ਕਰਨੇ ਸੰਗਤ ਦੇ ਵਿੱਚ, ਇਹ ਠੀਕ ਨਹੀਂ ਹੈ, ਪ੍ਰਵਾਨ ਨਹੀਂ ਹੈ। ਮਸਤੀ ਵਿੱਚ ਵਜਦ ਵਿੱਚ ਆ ਕੇ ਕੋਈ ਨੱਚ ਲਵੇ ਤਾਂ ਗੱਲ ਹੋਰ ਹੈ। ਸੋ ਗੁਰਬਾਣੀ ਦੀ ਹਰ ਗੱਲ ਨੂੰ ਉਹਦੇ ਪਿੱਛੇ ਜਿਹੜੀ ਭਾਵਨਾ ਉਹਦੇ ਨਾਲ ਦੇਖਿਆ ਜਾਂਦਾ ਹੈ, ਨਾ ਕਿ ਕਿਸੇ ਇਸ਼ੂ ਦੇ ਉੱਤੇ। ਸਾਧ ਸੰਗਤ ਜੀ ਉਹ ਦਿਓ ਆਗਿਆ, ਕੋਈ ਅਪਸ਼ਬਦ ਨਿਕਲ ਜਾਂਦਾ ਜ਼ਰੂਰ, ਕਿਉਂਕਿ ਕਈਆਂ ਦੀ ਅਵਸਥਾ ਹੀ ਐਸੀ ਹੁੰਦੀ ਹੈ, ਜੇ ਹੁਣ ਨੱਚਣ ਟੱਪਣ ਨਾਲ ਜੁੜੇ ਹੋਏ ਆ ਕਈ, ਉਹ ਇਸ ਗੱਲ ਨੂੰ ਕਦੋਂ ਚੰਗਾ ਕਹਿਣਗੇ। ਤਾਂ ਭਾਈ ਉਹਨਾਂ ਨੂੰ ਉਹ ਮੁਬਾਰਕ ਕਰਦੇ ਰਹਿਣ। ਆਪਾਂ ਗੁਰੂ ਦਾ ਅਨੁਸਰਨ ਕਰਨਾ, ਜੋ ਗੁਰੂ ਸਾਹਿਬ ਜੀ ਨੇ ਫਰਮਾਇਆ ਉਸ ਤਰ੍ਹਾਂ ਕਰਨਾ। ਉਹ ਕਿਸੇ ਨੂੰ ਚੰਗਾ ਤਾਂ ਲੱਗਦਾ ਹੀ ਨਹੀਂ ਹੁੰਦਾ। ਸੱਚ ਕਿਹਨੂੰ ਚੰਗਾ ਲੱਗਦਾ? ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ। ਜਿਨ੍ਹਾਂ ਗੁਰੂ ਸਾਹਿਬਾਨਾਂ ਨੇ, ਭਗਤ ਸਾਹਿਬਾਨਾਂ ਨੇ ਪਿਛਲਾ ਜਿਹੜਾ ਮਿਥਿਹਾਸ ਹੈ ਉਹਦੇ ਪਰ ਕਰਾਰੀਆਂ ਝੋਟਾਂ ਮਾਰੀਆਂ ਹੋਈਆਂ, ਜਿਹਦੇ 'ਚ ਦੇਵੀ ਦੇਵਤੇ ਵੀ ਆਉਂਦੇ। ਹੁਣ ਉਹ ਕਈ ਲੋਕ, ਬਹੁਤ ਸਾਰੇ ਲੋਕ ਉਹਨਾਂ ਨੂੰ ਮੰਨਦੇ, ਉਹਨਾਂ ਨੂੰ ਬੁਰਾ ਲੱਗਦਾ। ਤਾਂ ਭਾਈ ਵਟ ਕੈਨ ਵੀ ਡੂ, ਅਸੀਂ ਤਾਂ ਗੁਰੂ ਦੀ ਗੱਲ ਕਰਦੇ, ਸਤਿਕਾਰ ਸਭ ਦਾ ਕਰਦੇ ਹਾਂ, ਪਰ ਮੰਨਣਾ ਅਸੀਂ ਕੇਵਲ ਗੁਰੂ ਦੀ ਗੱਲ ਹੈ, ਦੂਜੀ ਨਹੀਂ ਮੰਨਣੀ ਕੋਈ ਵੀ। ਬਿਨ ਗੁਰ ਹੋਰ ਧਿਆਨ ਹੈ ਸਭ ਦੂਜਾ ਭਉ, ਦੂਜਾ ਭਉ ਨਹੀਂ ਕਰਨਾ, ਏਕਾ ਭਉ ਕਰਨਾ। ਤਾਂ ਹੁਣ ਜਿਹੜੇ ਜੁੜੇ ਵੀ ਦੂਜੇ ਨਾਲ ਹੈ, ਉਹਨਾਂ ਦੇ ਗ੍ਰੰਥ ਵੀ ਦੂਜੇ ਦੀ ਗੱਲ ਕਰ ਰਹੇ, ਉਹਨਾਂ ਦਾ ਆਪਣੇ ਨਾਲ ਮੇਲ ਕਦ ਹੋ ਸਕਦਾ? ਜੇ ਏਕੜ ਮੇਲ ਹੋ ਸਕਦਾ ਹੁੰਦਾ, ਗੁਰੂ ਸਾਹਿਬ ਤੇ ਉੱਪਰ ਤਾਂ ਸੋਚ ਕਿਸੇ ਦੀ ਨਹੀਂ ਸੀਗੀ, ਕਿਉਂ ਤਵੀਆਂ ਪਰ ਬੈਠਦੇ, ਕਿਉਂ ਚਾਂਦਨੀ ਚੌਕ 'ਚ ਗਰਦਨ ਕਟਾ ਹੁੰਦੀ। ਉਹ ਇਸੀ ਕਰਕੇ ਵੀ ਦੁਨੀਆ ਜਿਹੜੀ ਆ ਉਹਦੇ ਹੁਕਮ ਵਿੱਚ ਉਹ ਦੂਜੇ ਪਾਸੇ ਜ਼ਿਆਦਾ ਜੁੜੀ ਹੋਈ ਹੈ, ਦੂਜੇ ਭਉ ਨਾਲ। ਉਹਨਾਂ ਨੇ ਏਕੇ ਦਾ ਪ੍ਰਚਾਰ ਕਰਨਾ ਸੀ, ਇਸ ਕਰਕੇ ਉਹਨਾਂ ਨੂੰ ਯਾਤਨਾਵਾਂ ਦਿੱਤੀਆਂ ਗਈਆਂ।
ਜੋ ਜੋ ਅਸਲੀ ਤੱਤ ਹੈ ਗੁਰਬਾਣੀ ਦਾ, ਉਹਦੇ ਨਾਲ ਤਾਂ ਫਿਰ ਚੱਲਣ ਦੇ ਨਾਲ ਦੁਨੀਆ ਨੇ ਤਾਂ ਇੱਕ ਵਾਰ ਉੱਠਣਾ ਹੀ ਹੈ, ਰੋਹ ਵਿੱਚ ਆਉਣਾ ਹੀ ਆਉਣਾ। ਲੈਟ ਦੈਮ, ਉਹ ਆਉਣ ਦਿਓ ਉਹਨਾਂ ਨੂੰ। ਆਪਾਂ ਆਪਣੇ ਵੱਲੋਂ ਸਹੀ ਰਹੀਏ, ਆਪਣੀ ਆਤਮਾ ਸਹੀ ਹੋਣੀ ਚਾਹੀਦੀ ਹੈ, ਵੀ ਕਿਸੇ ਨੂੰ ਦੁਰਕਾਰ ਕੇ ਨਹੀਂ ਕੋਈ ਗੱਲ ਕਹਿਣੀ, ਪ੍ਰੇਮ ਨਾਲ ਜ਼ਰੂਰ ਸਮਝਾਉਣਾ। ਔਰੰਗਜ਼ੇਬ ਦੀ ਤਲਵਾਰ ਨੇ ਉਨੇ ਮੁਸਲਮਾਨ ਨਹੀਂ ਬਣਾਏ ਜਿੰਨੇ ਬਾਬਾ ਫਰੀਦ ਦੀ ਮਿਸ਼ਰੀ ਵਰਗੀ ਜ਼ਬਾਨ ਨੇ ਬਣਾਏ ਮੁਸਲਮਾਨ। ਪ੍ਰੇਮ ਨਾਲ ਸਮਝਾਓ, ਠੀਕ ਵਾਹਿਗੁਰੂ, ਫੇਰ ਬਾਤ ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ